ਆਇਓ ਸੁਨਨ ਪੜਨ ਕਉ ਬਾਣੀ। ਨਾਮ ਵਿਸਾਰ ਲੱਗੈ ਅਨ ਲਾਲਚ। ਬਿਰਥਾ ਜਨਮ ਪਰਾਣੀ। ਰਹਾਉ। ਰਹਾਉ ਦੇ ਬੰਦ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇਹ ਬਚਨ ਆਖ ਦਿੱਤੇ ਨੇ ਕਿ ਹੇ ਪ੍ਰਾਣੀ, ਇਸ ਜਗਤ ਦੇ ਵਿੱਚ ਤੇਰੇ ਆਉਣ ਦਾ ਮਨੋਰਥ ਆਪਣੇ ਮਾਲਕ ਪਰਮੇਸ਼ਰ ਦੀ ਸਿਫਤ ਸਲਾਹ ਨੂੰ ਸੁਣਨ ਆਇਆ ਹੈ, ਪੜ੍ਹਨ ਲਈ ਆਇਆ ਹੈ। ਇਸ ਜਗਤ ਵਿੱਚ ਇਹ ਮਨੁੱਖਾ ਜਨਮ ਦਾ ਅਸਲ ਵਿੱਚ ਮਨੋਰਥ ਹੀ ਇਹ ਹੈ। ਪਰ ਪਾਤਸ਼ਾਹ ਜੀ ਕਹਿੰਦੇ ਮਾਲਕ ਪਰਮੇਸ਼ਰ ਦੀ ਬਾਣੀ ਨੂੰ, ਉਹਦੀ ਸਿਫਤ ਸਲਾਹ ਨੂੰ, ਉਹਦੇ ਨਾਮ ਨੂੰ ਵਿਸਾਰ ਕੇ ਜਿਹੜਾ ਮਨੁੱਖ ਸੰਸਾਰ ਦੇ ਅਨੇਕਾਂ ਪਦਾਰਥਾਂ ਦੇ ਲਾਲਚ ਵਿੱਚ ਹੀ ਗਲਤਾਨ ਹੋ ਚੁੱਕਿਆ ਹੈ, ਲੋਭ ਵਿੱਚ ਹੀ ਫਸ ਚੁੱਕਿਆ ਹੈ, ਤੇ ਪਾਤਸ਼ਾਹ ਜੀ ਕਹਿੰਦੇ ਉਸ ਮਨੁੱਖ ਨੇ ਇਸ ਜਗਤ ਵਿੱਚ ਆ ਕੇ ਆਪਣੇ ਅਮੋਲਕ ਜਨਮ ਨੂੰ ਬਿਰਥਾ ਕਰ ਲਿਆ ਹੈ। ਉਹਦਾ ਆਉਣਾ ਇਸ ਜਗਤ ਵਿੱਚ ਸਫਲਾ ਨਹੀਂ। ਜਿਨੇ ਮਾਲਕ ਪਰਮੇਸ਼ਰ ਦੀ ਸਿਫਤ ਸਲਾਹ ਨੂੰ ਤਿਆਗ ਕੇ ਸੰਸਾਰ ਦੇ ਪਦਾਰਥਾਂ ਦੇ ਨਾਲ ਹੀ ਆਪਣੇ ਜੀਵਨ ਦੀ ਸਾਂਝ ਬਣਾ ਲਈ ਹੈ। ਇਹ ਪਾਵਨ ਬਚਨ ਮੇਰੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਅੱਜ ਰਹਾਉ ਦੇ ਬੰਦ ਵਿੱਚ ਸਾਨੂੰ ਬਖਸ਼ਿਸ਼ ਕੀਤੇ ਨੇ। ਆਓ ਝਾਤ ਮਾਰੀਏ, ਅਸੀਂ ਇਸ ਮਨੁੱਖਾ ਜਨਮ ਨੂੰ ਸਫਲਾ ਕਰਦੇ ਪਏ ਹਾਂ ਜਾਂ ਸਾਡਾ ਇਹ ਅਮੋਲਕ ਜਨਮ ਬਿਰਥਾ ਜਾ ਰਿਹਾ ਹੈ। ਪਾਤਸ਼ਾਹ ਜੀ ਕਹਿੰਦੇ ਆਇਓ ਸੁਣ ਪੜਨ ਕਉ ਬਾਣੀ। ਹੇ ਭਾਈ, ਇਸ ਜਗਤ ਵਿੱਚ ਆਉਣ ਦਾ ਮਨੋਰਥ ਮਾਲਕ ਪਰਮੇਸ਼ਰ ਦੀ ਸਿਫਤ ਸਲਾਹ ਨੂੰ ਸੁਣਨ ਆਇਆ ਏ, ਪੜਨ ਆਇਆ ਏ, ਰੱਬ ਦੇ ਨਾਮ ਨਾਲ ਆਪਣੇ ਆਪ ਨੂੰ ਜੋੜਨ ਦੇ ਲਈ ਆਇਆ। ਹੇ ਭਾਈ, ਆਪਣੇ ਜੀਵਨ ਦੀ ਪੜਚੋਲ ਕਰਕੇ ਵੇਖ ਕਰਦਾ ਕੀ ਪਿਆ। ਆਪਣੇ ਜੀਵਨ ਵੱਲ ਝਾਤ ਮਾਰ ਕੇ ਵੇਖ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚ ਅਨੇਕਾਂ ਵਾਰ ਸਾਨੂੰ ਇਹ ਗੱਲ ਸਮਝਾਈ ਗਈ ਹੈ। ਜਿਵੇਂ ਗੁਰੂ ਅਰਜਨ ਸਾਹਿਬ ਜੀ ਦੇ ਅਮੋਲਕ ਬਚਨ ਨੇ। ਮੇਰੇ ਪਾਤਸ਼ਾਹ ਜੀ ਕਹਿੰਦੇ ਭਈ ਪਰਾਪਤ ਮਾਨੁਖ ਦੇਹੁਰੀਆ। ਹੇ ਭਾਈ, ਆ ਜਿਹੜੀ ਤੇਰੇ ਕੋਲ ਬੜੀ ਅਮੋਲਕ ਬੜੀ ਸੁੰਦਰ ਦੇਹ ਹੈ ਨਾ, ਆ ਜਿਹੜੀ ਤੇਰੀ ਦੇਹੁਰੀ ਆ, ਇਹ ਜਿਹੜਾ ਤੇਰੇ ਕੋਲ ਅਮੋਲਕ ਸਰੀਰ ਹੈ ਬੰਦਿਆ, ਇਹ ਤੈਨੂੰ ਪ੍ਰਾਪਤ ਹੋਇਆ ਹੈ ਪਤਾ ਕਿਸ ਲਈ। ਪਾਤਸ਼ਾਹ ਜੀ ਕਹਿੰਦੇ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਗੋਬਿੰਦ ਪਰਮੇਸ਼ਰ ਦੇ ਨਾਲ ਮਿਲਾਪ ਕਰਨ ਦੀ ਇਹ ਬਾਰੀ ਤੈਨੂੰ ਪ੍ਰਾਪਤ ਹੋਈ ਹੈ, ਇਹ ਸਮਾਂ ਤੈਨੂੰ ਪ੍ਰਾਪਤ ਹੋਇਆ ਹੈ। ਇਸ ਕਰਕੇ ਆਪਣੇ ਮਾਲਕ ਪਰਮੇਸ਼ਰ ਦੇ ਨਾਲ ਮਿਲਾਪ ਕਰਨ ਦੇ ਲਈ ਉਦਮ ਕਰ। ਤੇ ਜੇ ਉਸ ਮਾਲਕ ਪਰਮੇਸ਼ਰ ਦੇ ਨਾਲ ਮਿਲਾਪ ਕਰਨ ਦੇ ਲਈ ਉਦਮ ਨਹੀਂ ਕਰਦਾ ਪਿਆ ਤੇ ਪਾਤਸ਼ਾਹ ਜੀ ਕਹਿੰਦੇ ਅਵਰ ਕਾਜ ਤੇਰਾ ਕਿਤੈ ਨਾ ਕਾਮ। ਮਿਲ ਸਾਧ ਸੰਗਤ ਭਜ ਕੇਵਲ ਨਾਮ। ਹੇ ਭਾਈ, ਮਾਲਕ ਪਰਮੇਸ਼ਰ ਦੇ ਨਾਲ ਮਿਲਾਪ ਕਰਨ ਦਾ ਉਦਮ ਤਿਆਗ ਕੇ ਇਸ ਮਨੁੱਖਾ ਜਨਮ ਦੇ ਵਿੱਚ ਜਿੰਨੇ ਵੀ ਤੂੰ ਕੰਮ ਕਰਦਾ ਪਿਆ
ਜਿੰਨੇ ਵੀ ਤੂੰ ਆਪਣੇ ਜੀਵਨ ਵਿੱਚ ਕਰਮ ਕਰਦਾ ਪਿਆ ਏ ਨਾ, ਇਹ ਕਰਮ ਜਿਹੜੇ ਹਨ ਤੇਰੇ ਜੀਵਨ ਦੀ ਸਫਲਤਾ ਦੇ ਕਿਸੇ ਲੇਖੇ ਵਿੱਚ ਨਹੀਂ ਜੇ ਆਉਣੇ। ਇਹ ਤੇਰੇ ਕਿਸੇ ਕੰਮ ਦੇ ਨਹੀਂ ਜੇ ਆਪਣੇ ਮਾਲਕ ਪਰਮੇਸ਼ਰ ਦੇ ਨਾਲੋਂ ਸਾਂਝ ਤੋੜ ਕੇ ਤੂੰ ਆਪਣੀ ਜ਼ਿੰਦਗੀ ਬਤੀਤ ਕਰਦਾ ਪਿਆ। ਇਸ ਕਰਕੇ ਸੁਝਾਅ ਦਿੱਤਾ ਹੈ ਕਿ ਬੰਦਿਆ, ਗੁਰੂ ਦੀ ਸੰਗਤ ਵਿੱਚ ਆਇਆ ਕਰ, ਮਿਲ ਸਾਧ ਸੰਗਤ। ਗੁਰੂ ਦੀ ਸੰਗਤ ਦੇ ਨਾਲ ਮਿਲ ਕੇ ਬੈਠਿਆ ਕਰ। ਪਰ ਧਿਆਨ ਰੱਖੀ, ਇਕੱਲਾ ਇਹੀ ਗੱਲ ਨਾ ਆਪਣੇ ਜੀਵਨ ਵਿੱਚ ਸਮਝ ਲਵੀਂ ਵੀ ਗੁਰਦੁਆਰੇ ਜਾਵਾਂਗਾ, ਸੰਗਤ ਵਿੱਚ ਬੈਠ ਜਾਵਾਂਗਾ ਤੇ ਜੀਵਨ ਸਫਲਾ ਹੋ ਜਾਵੇ। ਪਾਤਸ਼ਾਹ ਜੀ ਕਹਿੰਦੇ ਸੰਗਤ ਵਿੱਚ ਬੈਠ ਕੇ ਕਰਨਾ ਪਤਾ ਕੀ ਹੈ? ਮਿਲ ਸਾਧ ਸੰਗਤ, ਭਜ ਕੇਵਲ ਨਾਮ। ਸੰਗਤ ਵਿੱਚ ਬੈਠ ਕੇ ਆਪਣੇ ਮਾਲਕ ਪਰਮੇਸ਼ਰ ਦੇ ਨਾਮ ਨੂੰ ਅਰਾਧਿਆ ਕਰ, ਭਜਿਆ ਕਰ। ਸੰਗਤ ਵਿੱਚ ਬੈਠ ਕੇ ਨਾਮ ਨਾਲ ਜੁੜਨਾ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਸਰੰਜਾਮ ਲਾਗ ਭਵਜਲ ਤਰਨ ਕੈ। ਆਪਣੇ ਜੀਵਨ ਦੇ ਅੰਦਰ ਇਸ ਭਵਜਲ ਨੂੰ ਪਾਰ ਲੰਘਣ ਦੇ ਲਈ ਕੁਝ ਇੰਤਜ਼ਾਮ ਕਰ, ਕੁਝ ਯਤਨ ਕਰ। ਆਪਣੇ ਜੀਵਨ ਦੇ ਅੰਦਰ ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ। ਹੇ ਭਾਈ, ਆਪਣੇ ਮਾਲਕ ਦੇ ਨਾਮ ਨਾਲ ਜੁੜ ਤਾਂ ਕਿ ਇੱਥੋਂ ਦੇ ਵਿਕਾਰਾਂ, ਭਰਮਾਂ, ਕਰਮ ਕਾਂਡਾਂ ਦੇ ਵਿੱਚ ਫਸਣ ਤੋਂ ਬਚ ਸਕੇ। ਨਹੀਂ ਤੇ ਵੇਖ, ਤੇਰਾ ਜਨਮ ਬਿਰਥਾ ਜਾ ਰਿਹਾ ਹੈ ਮਾਇਆ ਦੇ ਪਿਆਰ ਵਿੱਚ ਗਲਤਾਨ ਹੋਣ ਕਰਕੇ। ਜਿਵੇਂ ਇੱਥੇ ਸ਼ਬਦ ਕਹਿ ਦਿੱਤੇ ਨਾ ਕਿ ਆਇਓ ਸੁਨਨ ਪੜਨ ਕਉ ਬਾਣੀ। ਹੇ ਭਾਈ, ਜਗਤ ਵਿੱਚ ਆਇਆ ਏ ਆਪਣੇ ਮਾਲਕ ਦੀ ਸਿਫਤ ਸਲਾਹ ਸੁਣਨ ਦੇ ਲਈ, ਪੜਨ ਦੇ ਲਈ, ਵਿਚਾਰਨ ਦੇ ਲਈ, ਸਮਝਣ ਦੇ ਲਈ ਇਹ ਜੀਵਨ ਤੈਨੂੰ ਪ੍ਰਾਪਤ ਹੋਇਆ। ਪਰ ਪਾਤਸ਼ਾਹ ਜੀ ਕਹਿੰਦੇ ਇਹ ਜੀਵਨ ਸਫਲਾ ਤਾਂ ਹੈ ਜੇ ਇਹ ਕੰਮ ਕਰੇਗਾ, ਆਪਣੇ ਮਾਲਕ ਦੀ ਸਿਫਤ ਸਲਾਹ ਦੇ ਨਾਲ ਜੁੜੇਗਾ। ਤੇ ਜੇ ਜੀਵਨ ਪ੍ਰਾਪਤ ਕਰਕੇ ਮਾਲਕ ਦੀ ਸਿਫਤ ਸਲਾਹ ਦੇ ਨਾਲ ਸਾਂਝ ਨਾ ਬਣੀ, ਫਿਰ ਧਿਆਨ ਮਾਰ, ਅਮੋਲਕ ਜਨਮ ਹੈ ਪਰ ਬਿਰਥਾ ਜਾ ਰਿਹਾ। ਨਾਮ ਵਿਸਾਰ ਲੱਗੇ ਅੰਨ ਲਾਲਚ, ਬਿਰਥਾ ਜਨਮ ਪ੍ਰਾਣੀ। ਹੇ ਪ੍ਰਾਣੀ, ਆਪਣੇ ਜੀਵਨ ਵਿੱਚ ਝਾਤ ਮਾਰ ਕੇ ਵੇਖ। ਜੇ ਮਨੁੱਖਾ ਜਨਮ ਸਫਲਾ ਕਰਨਾ ਚਾਹੁੰਦਾ ਹੈ ਤੇ ਮਾਲਕ ਦੀ ਸਿਫਤ ਸਲਾਹ ਦੇ ਨਾਲ ਜੁੜ। ਤੇ ਜਿਨ੍ਹਾਂ ਨੇ ਅਮੋਲਕ ਜਨਮ ਪ੍ਰਾਪਤ ਕਰਕੇ ਨਾਮ ਨੂੰ ਹੀ ਵਿਸਾਰ ਦਿੱਤਾ ਹੈ ਨਾ, ਪਾਤਸ਼ਾਹ ਜੀ ਕਹਿੰਦੇ ਉਹਨਾਂ ਦਾ ਜਨਮ ਅਨੇਕਾਂ ਲਾਲਚਾਂ ਵਿੱਚ ਫਸਣ ਕਰਕੇ ਬਿਰਥਾ ਜਾ ਰਿਹਾ, ਸਫਲਾ ਨਹੀਂ ਹੋ ਰਿਹਾ। ਇਸੇ ਕਰਕੇ ਸਤਿਗੁਰੂ ਜੀ ਦੀ ਪਾਵਨ ਬਾਣੀ ਨੇ ਸਾਡੇ ਜੀਵਨ ਦੇ ਲਈ ਦੋ ਪੱਖ ਰੱਖੇ ਨੇ। ਜਿਵੇਂ ਸਾਨੂੰ ਦਾਤਾਂ ਵੀ ਚਾਹੀਦੀਆਂ ਨੇ, ਦਾਤਾਂ ਦੀ ਅਤ ਲੋੜ ਹੈ, ਘਰ ਵੀ ਚਾਹੀਦਾ ਹੈ, ਖਾਣ ਲਈ ਭੋਜਨ ਪ੍ਰਸ਼ਾਦਾ ਵੀ ਹੋਣਾ ਚਾਹੀਦਾ, ਪਹਿਨਣ ਲਈ ਕੱਪੜੇ ਵੀ ਹੋਣੇ ਚਾਹੀਦੇ ਨੇ। ਇਹ ਦਾਤਾਂ ਦੀ ਸਾਡੇ ਜੀਵਨ ਨੂੰ ਲੋੜ ਹੈ। ਪਰ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਮਾਲਕ ਦੇ ਨਾਮ ਦੇ ਨਾਲ ਸਾਂਝ ਬਣਾਈ ਨਾ, ਉਹਨਾਂ ਨੂੰ ਇਸ ਗੱਲ ਦਾ ਗਿਆਨ ਹੋ ਗਿਆ ਹੈ, ਜਿੱਥੇ ਇਹ ਦਾਤਾਂ ਜ਼ਰੂਰੀ ਨੇ ਉੱਥੇ ਦਾਤਾ ਜ਼ਰੂਰੀ ਹੈ। ਦਾਤਾਂ ਤੇ ਇਸ ਕਰਕੇ ਨੇ ਕਿ ਮੈਂ ਦਾਤੇ ਨਾਲ ਜੁੜਿਆ ਰਹਾਂ,
ਪਰ ਜਿਹੜਾ ਦਾਤਾਂ ਪ੍ਰਾਪਤ ਕਰਨ ਦੇ ਚੱਕਰ ਵਿੱਚ ਦਾਤੇ ਨਾਲ ਵੀ ਟੁੱਟ ਗਿਆ, ਉਹਦੇ ਜੀਵਨ ਦੀ ਸਫਲਤਾ ਕਿਵੇਂ ਬਣੇਗੀ? ਉਹਦੇ ਜੀਵਨ ਦੀ ਸਫਲਤਾ ਕਿਵੇਂ ਹੋ ਸਕਦੀ ਹੈ? ਇਸੇ ਕਰਕੇ ਗੁਰੂ ਕੀ ਬਾਣੀ ਦੇ ਵਿੱਚ ਸਾਡੇ ਜੀਵਨ ਨੂੰ ਸੁਚੇਤ ਕੀਤਾ ਗਿਆ, ਸਮਝਾਇਆ ਗਿਆ ਵੀ ਪਿਆਰਿਆ, ਆਪਣੇ ਜੀਵਨ ਦੇ ਵਿੱਚ ਵੇਖ, ਦਾਤਾਂ ਜ਼ਰੂਰੀ ਨੇ ਤੇ ਮੇਰਾ ਦਾਤਾ ਦਿੰਦਾ ਵੀ ਹੈ। ਜਿਹੜੀ ਜਿਹੜੀ ਚੀਜ਼ ਦੀ ਤੈਨੂੰ ਲੋੜ ਮੇਰੇ ਮਾਲਕ ਨੇ ਪੈਦਾ ਕੀਤੀ ਹੋਈ, ਉਸ 'ਚ ਦੇ ਰਿਹਾ ਹੈ। ਤੇ ਇਹ ਦਾਤਾਂ ਲੈ ਕੇ ਤੂੰ ਆਪਣੇ ਦਾਤੇ ਨਾਲ ਜੁੜਿਆ ਰਹਿਣਾ ਸੀ, ਪਰ ਹੋਇਆ ਉਲਟਾ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਜਿਨ੍ਹਾਂ ਨੇ ਮਾਲਕ ਦੇ ਨਾਮ ਨੂੰ ਵਿਸਾਰਿਆ ਨਾ, ਉਹਨਾਂ ਦੀ ਹਾਲਤ ਇਹ ਹੋ ਗਈ ਹੈ, 10 ਵਸਤੂ ਲੈ ਪਾਛੈ ਪਾਵੈ। 10 ਦਾਤਾਂ ਲੈ ਕੇ ਪਾਸੇ ਕਰ ਦਿੱਤੀਆਂ। ਏਕ ਵਸਤ ਕਾਰਨ ਵਿਖੋਟ ਗਵਾਵੈ, ਤੇ ਰੱਬ ਦੇ ਨਾਲ ਝਗੜਾ ਇਸ ਗੱਲ ਦਾ ਕਿ ਮੈਨੂੰ ਆਹ ਇੱਕ ਦਾਤ ਕਿਉਂ ਨਹੀਂ ਦਿੰਦਾ ਪਿਆ। 10 ਲਈਆਂ ਨੇ, ਉਹਨਾਂ ਕਰਕੇ ਦਾਤੇ ਨਾਲ ਪਿਆਰ ਨਹੀਂ ਬਣਦਾ ਪਿਆ, ਇੱਕ ਪਿੱਛੇ ਝਗੜਾ ਕਰਦਾ ਪਿਆ। ਜਿਨ੍ਹਾਂ ਨੇ ਨਾਮ ਵਿਸਾਰ ਦਿੱਤਾ ਨਾ, ਮਾਲਕ ਦੀ ਸਿਫਤ ਸਲਾਹ ਨੂੰ, ਜਿਨ੍ਹਾਂ ਲੋਕਾਂ ਨੇ ਆਪਣੇ ਜੀਵਨ ਵਿੱਚੋਂ ਤਿਆਗ ਦਿੱਤਾ, ਉਹਨਾਂ ਦੀ ਨਿਸ਼ਾਨੀ ਹੈ ਆਹ ਚੀਜ਼। ਅਨੇਕਾਂ ਦਾਤਾਂ ਲੈ ਕੇ ਦਾਤੇ ਨਾਲ ਨਹੀਂ ਜੁੜਦੇ, ਬਲਕਿ ਇੱਕ ਅੱਧੀ ਦਾਤ ਪਿੱਛੇ ਦਾਤੇ ਨਾਲ ਝਗੜਾ ਜ਼ਰੂਰ ਕਰਦੇ। ਤੇ ਪਾਤਸ਼ਾਹ ਜੀ ਕਹਿੰਦੇ, ਲੱਗੈ ਅਨ ਲਾਲਚ। ਇਹੋ ਜਿਹੇ ਬੰਦੇ ਅਨੇਕਾਂ ਲਾਲਚਾਂ ਵਿੱਚ ਲੱਗਣ ਕਰਕੇ, ਨਾਮ ਨੂੰ ਵਿਸਾਰਨ ਕਰਕੇ ਆਪਣੇ ਜਨਮ ਨੂੰ ਬਿਰਥਾ ਗਵਾ ਰਹੇ ਨੇ। ਧਿਆਨ ਮਾਰ ਕੇ ਵੇਖੋ, ਕਿਤੇ ਸਾਡੇ ਜੀਵਨ ਦੀ ਹੀ ਇਹ ਗਾਥਾ ਨਾ ਚੱਲਦੀ ਪਈ ਹੋਵੇ। ਪਾਤਸ਼ਾਹ ਜੀ ਕਹਿੰਦੇ, 10 ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਵਿਖੋਟ ਗਵਾਵੈ। ਏਕ ਭੀ ਨਾ ਦੇ 10 ਭੀ ਹਿਰਲੇ, ਤਉ ਮੂੜਾ ਕਹੋ ਕਹਾ ਕਰੇ। ਭਾਈ, ਜਿਸ ਮਾਲਕ ਨੇ 10 ਦਿੱਤੀਆਂ ਨੇ, ਉਹ 10 ਵੀ ਖੋਹ ਲਵੇ ਤੇ ਇੱਕ ਵੀ ਨਾ ਦਵੇ, ਫਿਰ ਉਸ ਮਾਲਕ ਦਾ ਕੀ ਵਿਗਾੜ ਸਕਦੇ ਆ? ਇਸ ਕਰਕੇ ਰੱਬ ਦੇ ਪਿਆਰਿਆਂ ਨੇ ਆਪਣੇ ਮਾਲਕ ਦੇ ਚਰਨਾਂ ਨਾਲ ਸਾਂਝ ਬਣਾਈ ਹੈ। ਉਹ ਦਾਤਾਂ ਮੰਗਦੇ ਨੇ, ਪਰ ਦਾਤਾਂ ਕਰਕੇ ਕਦੇ ਝਗੜਾ ਨਹੀਂ ਕਰਦੇ ਮਾਲਕ ਨਾਲ। ਮਾਲਕ ਦੇ ਪ੍ਰਤੀ ਮੰਦੀ ਭਾਵਨਾ ਨਹੀਂ ਪੈਦਾ ਕਰਦੇ, ਬਲਕਿ ਇਹ ਗੱਲ ਕਹਿੰਦੇ ਨੇ, ਮੇਰੇ ਮਾਲਕ ਜੀ ਕਿਰਪਾ ਕਰ, ਰਹਿਮਤ ਕਰ। ਜਿੱਥੇ ਤੂੰ ਕੀਮਤੀ ਘਰ ਦਿੱਤਾ ਹੈ, ਉੱਥੇ ਰਹਿਮਤ ਕਰੀ। ਇਸ ਘਰ ਵੱਲ ਵੇਖ ਕੇ ਮੈਂ ਤੈਨੂੰ ਚੇਤੇ ਕਰਾਂ, ਤੇਰਾ ਨਾਮ ਨਾ ਕਿਤੇ ਭੁੱਲ ਜਾਵੇ। ਹੁਣ ਵੇਖੋ ਕੀ ਕਹਿ ਰਹੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ, ਵੀ ਬੰਦਿਆ, ਦਾਤਾਂ ਤੇ ਲੈ, ਪਰ ਦਾਤੇ ਨੂੰ ਨਾ ਭੁਲਾਈ। ਦਾਤੇ ਨਾਲ ਜੁੜਿਆ ਰਹਿ, ਤਾਂ ਜੀਵਨ ਸਫਲਾ ਹੈ। ਹੁਣ ਸਾਨੂੰ ਸਾਰਿਆਂ ਨੂੰ ਘਰ ਚਾਹੀਦਾ ਹੈ, ਪਰ ਰੱਬ ਦੇ ਪਿਆਰੇ ਕਹਿੰਦੇ, ਰੱਬਾ ਘਰ ਦਾ ਤਾਂ ਫਾਇਦਾ ਹੈ, ਘਰ ਵਿੱਚ ਵੀ ਜੀਵਨ ਦੀ ਸਫਲਤਾ, ਸ਼ਾਂਤੀ, ਟਿਕਾ ਤਾਂ ਹੋਵੇਗਾ ਜੇ ਤੇਰਾ ਨਾਮ ਸਾਡੇ ਜੀਵਨ ਵਿੱਚ ਹੋਵੇ। ਪਹਿਲਾ ਸ਼ਬਦ ਹੀ ਸ਼੍ਰੀ ਰਾਗ ਦਾ ਆਪਾਂ ਜਦੋਂ ਪੜ੍ਹਦੇ ਹਾਂ ਨਾ, 14 ਅੰਕ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਰੰਭਤਾ ਕੀਤੀ ਪਾਵਨ ਸ਼ਬਦ ਦੀ। ਪਾਤਸ਼ਾਹ ਜੀ ਕਹਿੰਦੇ, ਮੋਤੀ ਤਾਂ ਮੰਦਰ ਊਸਰੈ, ਰਤਨੀ ਤਾ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਉ। ਹੇ ਮੇਰੇ ਭਾਈ, ਮਾਲਕ ਪਰਮੇਸ਼ਰ ਦੀ ਰਹਿਮਤ ਹੋ ਜਾਵੇ, ਮੋਤੀਆਂ ਦੇ ਨਾਲ ਜੜਿਆ ਹੋਇਆ ਇੱਕ ਮਹਿਲ, ਬੜਾ ਕੀਮਤੀ ਘਰ ਉਸਰ ਜਾਵੇ। ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ। ਤੇ ਰਤਨ ਜੜੇ ਹੋਣ ਬੜੇ ਕੀਮਤੀ, ਜਿਵੇਂ ਅੱਜ ਕੱਲ ਟਾਈਲਾਂ ਲੱਗੀਆਂ ਨੇ ਜਾਂ ਹੋਰ ਕਈ ਤਰ੍ਹਾਂ ਦਾ ਪੱਥਰ ਲੱਗਿਆ ਹੈ, ਇਦਾਂ ਹੀ
बड़ा कीमती घर होवे, कस्तूर कुंगू अगर चंदन लीप आवे चाओ, ते उस घर दे विच बड़ी सुगंधी फैली होवे, बड़ी खुशबू आ रही होवे उस घर दे विच जाके, ते इन्ना कीमती घर वेख के इन्नी सुगंधी नूं मान के मन विच बड़ी खुशी पैदा हो जावे, चाओ। ते गुरु नानक साहब महाराज जी कहंदे मेरे मालक जी, इन्नी वड्डी दात प्राप्त करके भी किरपा करी, रहमत करी, तेनू ना किते भुल जावां, क्योंकि जे तू भुल गया फिर एक कीमती दात प्राप्त करके भी जीवन का टिका, जीवन की सफलता नहीं बननी। इस करके मंग कीती, हे मेरे मालक जी कृपा कर, रहमत कर, मोती ता मंदिर ऊसरै, रतनी ता होए जड़ाओ, कस्तूर कुंगू अगर चंदन लीप आवै चाओ, मत देख भूलां बिसरै, तेरा चितना आवै नाओ। मेरे मालका मतां किते मैं एडे वड्डे कीमती घर नूं वेख के तैनूं ही भुल जावां, तेरा नाम मेरे चित चेते विच ही ना होवे। घर वल वेख के मैं घर दी वडियाई करी जावां, तेरी वडियाई भुली जावे, किते इदां ना हो जावे। मेरे मालका मैनूं गुरु दी सिੱਖਿਆ पता है, गुरु ने मैनू ये समझाया है, हर बिन जियो जल वल जाओ, मैं अपना गुरपूछ देखिया अवर नाही थाऊं। मैं अपने गुरु तो सिੱਖਿਆ लैके ये गल समझ लई है मेरे मालका, कीमती दात प्राप्त करके भी तेरे नाम तो बिना जीवन का साड़ा नहीं मुक सकता, जीवन की सफलता नहीं बन सकती, जीवन का आनंद खेड़ा नहीं जे बन सकता तेरे नाम तो बिना। इस करके कृपा कर, जिथे कीमती दात दिंदा पिया उथे अपना नाम भी दे, तां सफलता। सतगुरु गुरु अर्जन साहब जी ने इत्थे दो गल्लां कईयां, कहंदे आयो सुनन पढ़न को बाणी। पहली गल, बंदिया तू जगत विच आया है परमात्मा की सिफत सलाह सुनन दे लई, पढ़न दे लई। ये जीवन का तेरे दा मनोरथ है, जीवन दे सफलता का तेरे जीवन अंदर साधन है, मालक की सिफत सलाह करना। ते जे मालक की सिफत सलाह त्याग के नाम विसार लगहें अन लालच, अनेकां पदार्थां दे लालच विच ही, लोभ विच ही लग गया रवें। तो चेते रखी, अनेकां दातां प्राप्त करके भी नाम नूं विसारन करके जन्म विरथा ही है, सफलता नहीं जीवन दी। ते गुरु नानक पातशाह जी ने वेखो पहले शब्द विच ही गल कीती दातां दी, पर नाल कह दिता दातिया तू ना भुलें कदे, दातां चाहीदियां ने। अगली गल कह दी सुल्तान होवां मेल लश्कर, तख्त राखां पाऊं, मोहनी मुख मणि सोहै करै रंग पसाओ। हे मेरे मालक जी मैं बड़ा बड़ा सुल्तान हो जावां, जिवें राजा महाराजा, मैं तख्त के उपर बैठ के अपना हुक्म चलाउंदा होवां। जिवें अज कह लीए बड़ी वड्डी अफसरशाही मेरे कोल होवे, वड्डा अफसर होवां, अनेकां लोक मेरी आग्या विच चलदे होण, हुक्म विच चलदे होण, तेरी एडी बख्शिश हो जावे, मैं एडा वड्डा अपने जीवन विच अहुदा प्राप्त कर लवां। मेरे मालक जी कृपा करी। सुल्तान होवां मेल लश्कर, तख्त राखां पाऊं, मोहनी मुखमणी सोहै करै रंग पसाओ। मेरे घर दे अंदर महिलां दे विच बड़े सुंदर रूप वालियां औरतां घुमदियां होण,
एडा मेरे कोल खजाना होवे, एडा मैं महान होवां, उच्चे रुतबे वाला होवां, मेरे मालक जी कृपा करी मत देख भूलां। ये सारी ताकत वेख के किते तेनू ना भुल जावां, तेरा चित ना आवे नाऊं। कृपा करी जे मैं बड़ा अफसर भी बना, बड़े अहुदे उपर भी बैठ जावां, अनेक लोग मेरी आग्या दे विच चलदे होण, मेरे कोल बड़ी समर्था होवे, मेरे मालका ये दात प्राप्त करके भी दातिया तेरे नाल जुड़िया रहा, तां सफलता है जीवन दी, तां महानता है जीवन दी। पर तीजी गल कही, सिद्ध होवां सिद्ध लाई, रिद आखां आओ, गुप्त प्रगट होए बैसां, लोक राखै भाओ। मैं बड़ा बड़ा सिद्ध बन जावां, बड़ा बड़ा जोगी बन जावां, मेरे कोल बड़ियां ताकतां होण, मैं कदे गुप्त गैप हो जावां, किते प्रगट हो जावां, ते लोक मेरी इस ताकत करके भै रखदे होण, मेरे कोलों डर रखदे होण, मेरा डर कबूलदे होण, ते एडी वड्डी ताकत दा मालक बन के भी मेरे दातिया मैं तेनू ना किते भुल जावां। एडा वड्डा जोगी बन के, एडा वड्डा ब्रह्म ज्ञानी बन के, एडा वड्डा संत बन के, एडा वड्डा साध बन के, एडियां रिधियां सिद्धियां दा मालक बन के जे तेरा नाम भुल गया ना, फिर ते मेरे मालका इन्नी उच्ची पदवी दा मालक बन के भी जन्म बिरथा ही है। हुण ध्यान देना अपने जीवन विच। गुरु नानक ने पहले शब्द विच, श्री राग दे पहले शब्द विच ये कह दिता सी, दातां प्राप्त करन वालिया दातां वल वेख के दाते नाल जुड़िया रहे, तां जीवन दी सफलता है। नहीं तो जे कीमती घर होवे, रब दा नाम नहीं, ते मेरे पातशाह जी ने बाणी विच ये गल कह दिती सी, जिथै नाम जपीऐ प्रभ प्यारे, से अस्थल सोइन चौबारे। भाई जिथे रब दा नाम जपिया जांदा, भावें वो टुटे हुए घर ही क्यों ना होण, वो सोने वर्गी महानता, कीमती घर की महानता प्राप्त कर लेंदे ने। जिवें अज भी जिन्हां रब दे प्यारियां ने जिथे जिथे बैठ के नाम जपिया, उन्हां थावां दी किन्नी महानता वध गई, ते कई कीमती कोठियां पईयां ने, उन्हां दी कोई इज्जत नहीं, उन्हां दी कोई महानता नहीं। जिथे रब दे प्यारियां ने बैठ के मालक दी सिफत सलाह कीती, वो थावां महान हो गईयां। इस करके शब्द कहे कि जिथे नाम जपीऐ प्रभ प्यारे, से अस्थल सोइन चौबारे। ते जिथे नाम ना जपीऐ मेरे गोइंदा, सही नगर उजाड़ी जियो। और नगर ते उजाड़ ही है जिथे रब दा नाम ही नहीं जपिया गया। इसे करके पातशाह जी कहंदे, वो शरीर पूजन जोग, वो शरीर महान हो गया जिस शरीर दे राही मालक दा नाम जपिया जांदा। ते जिस शरीर नूं प्राप्त करके मालक दे नाम तो ही बेमुख हो गए, वो शरीर जिहड़ा है पशु पंछियां तो भी नीवीं जून वाला हो गया। ताई शब्द कहे कि हे भाई, जो ना सुनै जस परमानंदा, पश पंखी त्रिगद जोन ते मंदा। जिन्हां ने अमोलक शरीर प्राप्त करके नाम नूं ही नहीं जपिया, मालक दे नाम नूं सुनिया ही नहीं, सिफत सलाह नूं सुनिया ही नहीं, पातशाह जी कहंदे वो ते पशुआं ते पंछियां तो भी धरिग ने, फटकार ने, भैड़े ने। इस करके अपने जीवन की पड़चोल करके वेखनी आपां
ਦਾਤਾਂ ਲੈ ਕੇ ਦਾਤੇ ਦੀ ਯਾਦ ਆਈ ਕਿ ਨਹੀਂ, ਦਾਤੇ ਨਾਲ ਜੁੜੇ ਆ ਕਿ ਨਹੀਂ। ਸਤਿਗੁਰੂ ਜੀ ਕਹਿੰਦੇ ਜੀਵਨ ਦਾ ਮਨੋਰਥ ਹੀ ਇਹ ਹੈ, ਆਇਓ ਸੁਨਨ ਪੜਨ ਕੋ ਬਾਣੀ। ਆਇਆ ਏ ਮਾਲਕ ਦੀ ਸਿਫਤ ਸਲਾਹ ਦੀ ਬਾਣੀ ਸੁਣਨ ਲਈ, ਪੜਨ ਲਈ, ਵਿਚਾਰਨ ਲਈ। ਤੇ ਜਿਨ੍ਹਾਂ ਨੇ ਇਸ ਪੰਕਤੀ ਨੂੰ ਪੜ੍ਹ ਕੇ ਆਪਣੇ ਮਾਲਕ ਦੀ ਸਿਫਤ ਸਲਾਹ ਦੇ ਨਾਲ ਆਪਣੇ ਆਪ ਨੂੰ ਜੋੜ ਲਿਆ, ਉਹਨਾਂ ਨੇ ਤੇ ਮਨੁੱਖਾ ਜਨਮ ਦਾ ਉਹ ਸਫਲਾ ਕਰਨਾ ਸ਼ੁਰੂ ਕਰ ਦਿੱਤਾ। ਜਿਨ੍ਹਾਂ ਨੇ ਇਹ ਪੰਕਤੀ ਸੁਣ ਕੇ ਮਾਲਕ ਦੀ ਸਿਫਤ ਸਲਾਹ ਨਾਲ ਜੋੜ ਲਿਆ ਆਪਣੇ ਆਪ। ਤੇ ਖਿਆਲ ਕਰਿਓ, ਮਾਲਕ ਦੀ ਸਿਫਤ ਸਲਾਹ ਨਾਲ ਜੋੜਨ ਵਾਲਾ ਪਿਆਰਾ ਫਿਰ ਦਾਤਾਂ ਤੱਕ ਸੀਮਤ ਨਹੀਂ ਰਹਿੰਦਾ ਵੀ ਜੇ ਦਾਤ ਦਵੇਂਗਾ ਤਾਂ ਚੇਤੇ ਕਰਾਂਗਾ। ਫਿਰ ਤੇ ਉਹ ਗੁਰੂ ਰਾਮਦਾਸ ਮਹਾਰਾਜ ਜੀ ਵਾਲਾ ਜੀਵਨ ਆਪਣੇ ਅੰਦਰ ਪੈਦਾ ਕਰਕੇ ਇੱਕੋ ਗੱਲ ਕਹਿੰਦਾ ਹੈ। ਜਿਨ੍ਹਾਂ ਨੇ ਰੱਬ ਦੀ ਸਿਫਤ ਸਲਾਹ ਨਾਲ ਜੋੜ ਲਿਆ ਨਾ ਆਪਣੇ ਆਪ ਨੂੰ, ਉਹਨਾਂ ਨੇ ਫਿਰ ਸ਼ਬਦ ਕਹਿ ਦਿੱਤੇ, ਮੇਰੇ ਮਾਲਕ ਜੀ ਜੇ ਸੁਖ ਦੇ ਤਾਂ ਤੁਝੈ ਅਰਾਧੀ, ਦੁੱਖ ਭੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੂਖ ਮਨਾਈ। ਮੇਰੇ ਮਾਲਕਾ ਹੁਣ ਤੇਰੀ ਸਿਫਤ ਸਲਾਹ ਨਾਲ ਜੁੜ ਗਿਆ ਹਾਂ, ਹੁਣ ਭਾਵੇਂ ਸੁੱਖ ਦੇ, ਦੁੱਖ ਦੇ, ਭੁੱਖ ਦੇ, ਕੁਝ ਵੀ ਕਰ, ਤੇਰੇ ਨਾਲੋਂ ਸਾਂਝ ਨਹੀਂ ਤੋੜਨੀ। ਅਬ ਹਮ ਚੱਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ, ਹੁਣ ਭਾਵੇਂ ਰੱਖ, ਭਾਵੇਂ ਮਾਰ ਦੇ, ਮੇਰੇ ਮਾਲਕਾ ਤੇਰੀ ਸ਼ਰਨ ਵਿੱਚ ਆ ਗਿਆ, ਤੇਰੇ ਨਾਲ ਜੁੜ ਗਏ ਆ, ਹੁਣ ਕਿਸੇ ਹੋਰ ਦੀ ਗੱਲ ਨਹੀਂ। ਆਹੀ ਸਫਲਤਾ ਹੈ ਜੀਵਨ ਦੀ। ਫਿਰ ਬੰਦਾ ਦਾਤੇ ਦੀ ਉਮੰਗ ਕਰਦਾ ਹੈ, ਦਾਤਾਂ ਕਰਕੇ ਦਾਤੇ ਦੀ ਗੱਲ ਨਹੀਂ ਹੁੰਦੀ। ਨਹੀਂ ਤੇ ਅੱਜ ਬਹੁਤਾਤ ਜੀਵਨ ਹੈ ਜਿਨ੍ਹਾਂ ਨੇ ਨਾਮ ਵਿਸਾਰ ਦਿੱਤਾ, ਜਿਨ੍ਹਾਂ ਦਾ ਜੀਵਨ ਇਹੋ ਜਿਹਾ ਬਣ ਗਿਆ ਨਾ, ਨਾਮ ਵਿਸਾਰ, ਲੱਗੇ ਅੰਨ ਲਾਲਚ, ਅਨੇਕਾਂ ਲਾਲਚਾਂ ਵਿੱਚ ਜਿਹੜੇ ਲੱਗ ਗਏ। ਤੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਨਾਮ ਹੀ ਵਿਸਾਰ ਦਿੱਤਾ, ਬਿਰਥਾ ਜਨਮ ਪ੍ਰਾਣੀ, ਉਹਨਾਂ ਪ੍ਰਾਣੀਆਂ ਦਾ ਜਨਮ ਵਿਰਥਾ ਹੀ ਹੈ। ਇਸ ਕਰਕੇ ਧਿਆਨ ਦੇਣਾ, ਆਪਣੇ ਜੀਵਨ ਦੀ ਪੜਚੋਲ ਕਰਕੇ ਵੇਖੀਏ ਅਸੀਂ ਕਿਹੜੀ ਕੈਟਾਗਰੀ ਵਿੱਚ ਆ ਰਹੇ ਹਾਂ। ਜੀਵਨ ਸਫਲਾ ਕਰਨ ਵਾਲਿਆਂ ਵੱਲ ਹਾਂ ਜਾਂ ਜੀਵਨ ਅਸਫਲ ਕਰਦੇ ਪਏ ਹਾਂ। ਧਿਆਨ ਦੇਣਾ, ਜਦੋਂ ਰੱਬ ਦੀ ਸਿਫਤ ਸਲਾਹ ਕਰਨ ਦਾ ਮਨੋਰਥ ਕੇਵਲ ਦਾਤਾਂ ਬਣ ਜਾਣ, ਜਦੋਂ ਰੱਬ ਦੀ ਸਿਫਤ ਸਲਾਹ ਕਰਨ ਦਾ ਕੇਵਲ ਤੇ ਕੇਵਲ ਇੱਥੋਂ ਤੱਕ ਹੀ ਮਤਲਬ ਹੋਵੇ ਵੀ ਮੈਨੂੰ ਪੁੱਤਰ ਦੀ ਦਾਤ ਚਾਹੀਦੀ, ਇਸੇ ਕਰਕੇ ਕਈ ਤਰ੍ਹਾਂ ਨਾਲ ਆਪਣੇ ਜੀਵਨ ਵਿੱਚ ਪਾਠ ਕਰਦਾ। ਜਦੋਂ ਪੁੱਤਰ ਦੀ ਦਾਤ ਮਿਲ ਗਈ ਫਿਰ ਪਾਠ ਕਰਨਾ ਹੀ ਛੱਡ ਦਿੱਤਾ। ਕਹਿਣਾ ਪਵੇਗਾ ਦਾਤ ਲੈ ਕੇ ਜਦੋਂ ਦਾਤੇ ਨੂੰ ਵਿਸਾਰ ਦਿੱਤਾ ਨਾ, ਜਨਮ ਵਿਰਥਾ ਹੀ ਗਵਾਇਆ, ਸਫਲਤਾ ਨਹੀਂ। ਸਾਡੀ ਹਾਲਤ ਹੈ ਭਾਈ, ਅਸੀਂ ਆਪਣੇ ਮਾਲਕ ਪਰਮੇਸ਼ਰ ਦੇ ਨਾਲ ਵਪਾਰ ਕਰਦੇ ਹਾਂ। ਇਹ ਕਹਿੰਦੇ ਆ ਵੀ ਰੱਬਾ ਮੈਂ ਇੰਨੇ ਪਾਠ ਕਰਾਂਗਾ ਪਰ ਤੈਨੂੰ ਆਹ ਕੁਝ ਦੇਣਾ ਪਵੇਗਾ, ਜੇ ਦਵੇਂਗਾ ਤਾਂ ਕਰਾਂਗਾ। ਜਦੋਂ ਇਹ ਜੀ ਸੋਚ ਹੈ ਨਾ ਅੰਦਰ, ਫਿਰ ਚੇਤੇ ਰੱਖਿਓ ਜਨਮ ਵਿਰਥਾ ਗਵਾ ਰਹੇ ਆ, ਤੇ ਜਨਮ ਵਿਰਥਾ ਗਵਾ ਰਹੇ ਆ, ਕਿਉਂਕਿ ਆਪਣੇ ਲੋਭ ਕੋ ਕੀਨੋ ਮੀਤ, ਆਪਣੇ ਲੋਭ ਦੀ ਖਾਤਰ ਮਿੱਤਰ ਬਣਾ ਰਹੇ ਆ ਰੱਬ ਨੂੰ।
ਦਾਤਾਂ ਕਰਕੇ ਦਾਤੇ ਦੀ ਗੱਲ ਕਰਦੇ ਪਏ ਆ, ਨਹੀਂ ਤੇ ਦਾਤੇ ਤੋਂ ਅਸੀਂ ਕੀ ਲੈਣਾ। ਅੱਜ ਹਾਲਾਤ ਨੇ, ਬੰਦੇ ਦੇ ਜੀਵਨ ਦੀ ਹਾਲਤ ਹੀ ਇਹ ਹੈ ਵੀ ਆਪਣੀ ਜ਼ਿੰਦਗੀ ਦੇ ਅੰਦਰ ਉਹ ਰੱਬ ਨੂੰ ਆਪਣੇ ਲੋਭ ਕਰਕੇ ਚੇਤੇ ਕਰਦਾ। ਲੱਗੈ ਅੰਨ ਲਾਲਚ ਆਪਣੇ ਲੋਭ ਕੋ ਕੀਨੋ ਮੀਤ। ਤੇ ਬਾਬਾ ਫਰੀਦ ਜੀ ਨੇ ਸ਼ਬਦ ਕਹੇ ਨੇ, ਕਹਿੰਦੇ ਫਰੀਦਾ ਜਾ ਲੱਭ ਤਾਂ ਨੇਹ ਕਿਆ, ਲੱਭ ਤਾਂ ਕੂੜਾ ਨੇ, ਕਿਚਰ ਝੱਤ ਲੰਗਾਈਏ ਛੱਪਰ ਟੁੱਟੈ ਮੇ। ਹੇ ਫਰੀਦ, ਜਦੋਂ ਤੱਕ ਜੀਵਨ ਦੇ ਵਿੱਚ ਲੱਭ ਹੈ ਤਦੋਂ ਤੱਕ ਰੱਬ ਨਾਲ ਪਿਆਰ ਕਾਹਦਾ। ਜੇ ਲੱਭ ਹੈ ਤਾਂ ਪਿਆਰ ਝੂਠਾ ਹੈ, ਕਿਉਂਕਿ ਜਿੱਦਣ ਲੋਭ ਪੂਰਾ ਨਾ ਹੋਇਆ, ਲਾਲਚ ਪੂਰਾ ਨਾ ਹੋਇਆ, ਉਦਣ ਹੀ ਰੱਬ ਦੇ ਪ੍ਰਤੀ ਮੰਦੀ ਭਾਵਨਾ ਆ ਜਾਣੀ। ਪਾਤਸ਼ਾਹ ਜੀ ਕਹਿੰਦੇ ਇਹੋ ਜਿਹੇ ਬੰਦੇ ਦਾ ਜੀਵਨ ਜਿਹੜਾ ਬਿਰਥਾ ਹੀ ਜਾਂਦਾ ਹੈ। ਆ ਵੀ ਸੋਝੀ ਦੇ ਦਿਓ, ਜਿਹੜਾ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਇੱਕੋ ਇੱਕ ਦਾਤਾ ਨਾ, ਉਹ ਮੈਨੂੰ ਕਦੇ ਵੀ ਭੁੱਲੇ ਨਾ, ਉਹ ਮੈਨੂੰ ਕਦੇ ਵੀ ਵਿਸਰੇ ਨਾ। ਮੈਂ ਸਦੀਵੀ ਆਪਣੇ ਮਾਲਕ ਨੂੰ ਚੇਤੇ ਕਰਦਾ ਰਹਾ। ਜੇ ਦਾਤਾਂ ਪ੍ਰਾਪਤ ਕਰਕੇ ਦਾਤੇ ਨਾਲ ਜੁੜੇ ਰਹੇ ਫਿਰ ਜੀਵਨ ਦੀ ਸਫਲਤਾ। ਜੇ ਦਾਤਾਂ ਪ੍ਰਾਪਤ ਕਰਕੇ ਦਾਤਾ ਹੀ ਭੁੱਲ ਗਿਆ, ਕਿਉਂਕਿ ਅੱਜ ਹਾਲਾਤ ਨੇ ਸਾਡੀ ਜ਼ਿੰਦਗੀ ਦੇ, ਦੇਂਦੇ ਥਾਮੋਂ ਦਿੱਤਾ ਚੰਗਾ। ਅਸੀਂ ਦੇਣ ਵਾਲੇ ਨਾਲੋਂ ਦਿੱਤੀ ਹੋਈ ਚੀਜ਼ ਨੂੰ ਵੱਧ ਅਹਿਮੀਅਤ ਦਿੰਦੇ ਹਾਂ। ਦੇਣ ਵਾਲੇ ਨਾਲੋਂ ਦਿੱਤੀ ਹੋਈ ਚੀਜ਼ ਦੇ ਨਾਲ ਬਹੁਤਾ ਜੁੜ ਜਾਂਦੇ ਆ, ਜਿਸ ਕਰਕੇ ਜੀਵਨ ਅਸਫਲ ਹੋ ਰਿਹਾ। ਦੇਂਦੇ ਥਾਮੋਂ ਦਿੱਤਾ ਚੰਗਾ, ਮਨ ਮੁਖ ਐਸਾ ਜਾਣੀ ਹੈ। ਕਹਿੰਦੇ ਇਹੋ ਜਿਹੇ ਬੰਦੇ ਨੂੰ ਹੀ ਮਨਮੁਖ ਕਿਹਾ ਜਾਂਦਾ, ਜਿਹੜਾ ਦਾਤੇ ਨਾਲੋਂ ਟੁੱਟ ਕੇ ਦਾਤਾਂ ਦੇ ਵਿੱਚ ਹੀ ਗਲਤਾਨ ਹੋ ਗਿਆ। ਬਸ ਆਹ ਦੋ ਪੰਕਤੀਆਂ ਵਿੱਚ ਇਹੀ ਗੱਲ ਕਹੀ ਗਈ। ਕਹਿੰਦੇ ਜੀਵਨ ਦੀ ਸਫਲਤਾ ਹੈ ਆਇਓ ਸੁਨਨ ਪੜਨ ਕੋ ਬਾਣੀ। ਬੰਦਿਆ ਜਦੋਂ ਆਪਣੇ ਮਾਲਕ ਦੀ ਸਿਫਤ ਸਲਾਹ ਦੇ ਨਾਲ ਸੁਣ ਕੇ ਪੜ੍ਹ ਕੇ ਜੁੜਿਆ ਰਵੇਂਗਾ, ਤਦੋਂ ਤੱਕ ਜੀਵਨ ਦੀ ਸਫਲਤਾ ਹੈ। ਤੇ ਜੇ ਨਾਮ ਵਿਸਾਰ, ਜੇ ਮਾਲਕ ਦੀ ਬਾਣੀ ਨੂੰ ਵਿਸਾਰ ਕੇ ਮਾਲਕ ਦੀ ਸਿਫਤ ਸਲਾਹ ਨੂੰ ਛੱਡ ਕੇ ਉਹਦੀਆਂ ਪੈਦਾ ਕੀਤੀਆਂ ਦਾਤਾਂ ਵਿੱਚ ਹੀ ਰੁੱਝ ਗਿਆ, ਨਾਮ ਵਿਸਾਰ ਲੱਗਹਿ ਅੰਨ ਲਾਲਚ, ਫਿਰ ਬਿਰਥਾ ਜਨਮ। ਪ੍ਰਾਣੀ ਹੇ ਬੰਦੇ, ਇਹ ਜਨਮ ਜਿਹੜਾ ਬਿਰਥਾ ਹੀ ਹੈ, ਸਫਲਤਾ ਨਹੀਂ ਇਹਦੀ। ਇਸ ਕਰਕੇ ਯਤਨ ਕਰੋ ਪਿਆਰਿਓ, ਆਪਣੇ ਮਾਲਕ ਨੂੰ ਚੇਤੇ ਕਰੀਏ। ਕਿਵੇਂ ਕਰਨਾ ਜੀ ਚੇਤੇ?
ਅੱਜ ਸਾਨੂੰ ਧਾਰਮਿਕ ਸਥਾਨ ਨਜ਼ਰ ਆਉਂਦਾ ਹੈ ਤਾਂ ਰੱਬ ਚੇਤੇ ਆਉਂਦਾ, ਜਾਂ ਆਪਣੇ ਘਰਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਤਸਵੀਰਾਂ ਲਾਈਆਂ ਨੇ, ਉਹਨਾਂ ਤਸਵੀਰਾਂ ਵੱਲ ਵੇਖ ਕੇ ਕਈ ਵਾਰੀ ਆਪਣੇ ਗੁਰੂ ਨੂੰ, ਆਪਣੇ ਰੱਬ ਨੂੰ ਚੇਤੇ ਕਰਦੇ ਨੇ। ਤੇ ਮੇਰੇ ਸਤਿਗੁਰੂ ਦੀ ਬਾਣੀ ਨੇ ਪਤਾ ਕੀ ਗੱਲ ਕਹੀ, ਰੱਬ ਨੂੰ ਚੇਤੇ ਕਰਨ ਦੇ ਲਈ ਬਹੁਤੀ ਦੂਰ ਨਹੀਂ ਜਾਣ ਦੀ ਲੋੜ, ਬਹੁਤਾ ਭਟਕਣ ਦੀ ਲੋੜ ਨਹੀਂ। ਆਪਣੇ ਆਪ ਵੱਲ ਵੇਖ ਕੇ ਹੀ ਰੱਬ ਨੂੰ ਚੇਤੇ ਕਰ ਲੈ। ਇਸ ਸਰੀਰ ਵੱਲ ਆ ਜਿਹੜਾ ਤੈਨੂੰ ਜਨਮ ਮਿਲਿਆ ਨਾ, ਇਸ ਜਨਮ ਨੂੰ ਵੇਖ ਕੇ ਹੀ ਰੱਬ ਨੂੰ ਚੇਤੇ ਕਰ। ਹੁਣ ਕਈ ਬੰਦੇ ਨੇ ਕਹਿੰਦੇ ਰੱਬ ਨੇ ਸਾਨੂੰ ਕੀ ਦਿੱਤਾ, ਹਾਲਾਤ ਨੇ ਜੀ, ਕਿਉਂਕਿ ਉਸ ਮਾਲਕ ਦੀ ਦਾਤ ਨੂੰ ਸਮਝ ਹੀ ਨਹੀਂ ਸਕੇ। ਅੱਜ ਵੀ ਬਹੁਤ ਲੋਕ ਨੇ ਜਿਹੜੇ ਦਾਤਾਂ ਦੇ ਨਾਲ ਇੰਨੇ ਜੁੜ ਚੁੱਕੇ ਨੇ, ਇੰਨਾ ਲਾਲਚ ਭਰ ਚੁੱਕਿਆ ਹੈ, ਕਹਿੰਦੇ ਜੀ ਰੱਬ ਨੇ ਕੀ ਦਿੱਤਾ ਸਾਨੂੰ। ਹੋ ਕੀਮਤੀ ਘਰ ਨਹੀਂ, ਕੀਮਤੀ ਮੋਟਰ ਗੱਡੀਆਂ ਨਹੀਂ, ਕੀਮਤੀ ਕੱਪੜੇ ਨਹੀਂ ਪਹਿਨਣ ਨੂੰ, ਬਹੁਤੀ ਧਨ ਦੌਲਤ ਨਹੀਂ, ਕਹਿੰਦੇ ਜੀ ਰੱਬ ਨੇ ਕੀ ਦਿੱਤਾ ਸਾਨੂੰ। ਇੱਦਾਂ ਦੇ ਹਾਲਾਤ। ਪਰ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਪੜ੍ਹ ਕੇ ਵੇਖੋ, ਮੇਰੇ ਪਾਤਸ਼ਾਹ ਜੀ ਕਹਿੰਦੇ ਧਿਆਨ ਮਾਰ ਕੇ ਵੇਖ, ਰੱਬ ਨੂੰ ਚੇਤੇ ਕਰਨ ਦੇ ਲਈ ਕੀਮਤੀ ਘਰ ਦਾ ਹੋਣਾ ਹੀ ਜ਼ਰੂਰੀ ਨਹੀਂ, ਕੀਮਤੀ ਕੱਪੜੇ ਹੀ ਹੋਣੇ ਜ਼ਰੂਰੀ ਨਹੀਂ, ਕੀਮਤੀ ਧਨ ਦੌਲਤ ਹੀ ਜ਼ਰੂਰੀ ਨਹੀਂ ਵੀ ਜੇ ਆਹ ਕੁਝ ਹੋਵੇਗਾ ਤਾਂ ਰੱਬ ਨੂੰ ਚੇਤੇ ਕਰਨਾ ਨਹੀਂ। ਪਾਤਸ਼ਾਹ ਜੀ ਕਹਿੰਦੇ ਤੇਰੇ ਕੋਲ ਜੇ ਤੰਦਰੁਸਤ ਸਰੀਰ ਹੈ, ਸਰੀਰ ਵੱਲ ਵੇਖ ਕੇ ਰੱਬ ਨੂੰ ਚੇਤੇ ਕਰ, ਧੰਨਵਾਦ ਕਰ ਉਹਦਾ। ਤੂੰ ਕਹਿਣਾ ਰੱਬ ਨੇ ਮੈਨੂੰ ਕੀ ਦਿੱਤਾ, ਆ ਹੱਥ ਜਿਹੜੇ ਤੇਰੇ ਕੋਲ ਨੇ, ਇਹ ਹੱਥ ਜਿਹੜੇ ਤੇਰੇ ਕੋਲ ਨੇ ਜਿਨ੍ਹਾਂ ਦੇ ਨਾਲ ਤੂੰ ਕਿਰਤ ਕਰਦਾ ਏ, ਬਹੁਤ ਕੰਮ ਕਰਦਾ ਏ, ਇਹ ਰੱਬ ਦੀ ਦਾਤ ਨੇ। ਜੇ ਇਹ ਖੋਹ ਲਏ ਜਾਣ ਤੇਰੇ ਕੋਲੋਂ ਫਿਰ ਦੱਸ, ਫਿਰ ਤੇਰੇ ਜੀਵਨ ਦੇ ਵਿੱਚ ਤੂੰ ਕਹੇਂਗਾ ਇਹਨੂੰ ਦਾਤ ਨਹੀਂ ਸਮਝਦਾ ਇਹਨਾਂ ਹੱਥਾਂ ਨੂੰ। ਹੁਣ ਸਾਡੀ ਸੋਚ ਹੀ ਇਹੋ ਜਿਹੀ, ਅਸੀਂ ਧਨ ਪਦਾਰਥਾਂ ਨੂੰ, ਕੀਮਤੀ ਘਰਾਂ ਨੂੰ, ਜਦੋਂ ਬਹੁਤ ਹੀ ਸੁੱਖਾਂ ਦੀਆਂ ਦਾਤਾਂ ਮਿਲ ਗਈਆਂ ਫਿਰ ਹੀ ਕਹਿੰਦੇ ਜੀ ਇਹ ਭੇ ਦਾਤ ਤੇਰੀ ਦਾਤਾਰ। ਆਪਣੇ ਸਰੀਰ ਵੱਲ ਵੇਖ ਕੇ ਕਿਉਂ ਨਹੀਂ ਕਹਿੰਦੇ ਵੀ ਇਹ ਭੇ ਦਾਤ ਤੇਰੀ ਦਾਤਾਰ। ਗੁਰੂ ਅਰਜਨ ਸਾਹਿਬ ਜੀ ਨੇ ਵੇਖੋ ਗੱਲ ਕਿੱਥੇ ਕੀਤੀ। ਉਹ ਮੇਰੇ ਪਾਤਸ਼ਾਹ ਜੀ ਕਹਿੰਦੇ ਤੇਰੇ ਕੋਲ ਆ ਹੱਥ ਨੇ, ਇਹਨਾਂ ਦੀ ਵਰਤੋਂ ਤੂੰ ਕਿੰਨੀ ਕਰਦਾ ਹੈ। ਮੇਰੇ ਮਾਲਕ ਨੇ ਇਹ ਦਾਤ ਦਿੱਤੀ, ਇਹਨਾਂ ਹੱਥਾਂ ਵੱਲ ਵੇਖ ਕੇ ਰੱਬ ਨੂੰ ਚੇਤੇ ਕਰਿਆ ਕਰ। ਰੱਬ ਤੇ ਤੈਨੂੰ ਭੁੱਲੇਗਾ ਨਹੀਂ, ਪਰ ਤੂੰ ਤੇ ਲਾਲਚ ਵਿੱਚ ਫਸ ਗਿਆ, ਤੂੰ ਇਹਨਾਂ ਦੀ ਅਹਿਮੀਅਤ ਨਹੀਂ ਜਾਣਦਾ, ਇਹਨਾਂ ਹੱਥਾਂ ਦੀ ਕਦਰ ਹੀ ਨਹੀਂ ਪਾਉਂਦਾ। ਤੂੰ ਕਹਿੰਦਾ ਰੱਬ ਨੇ ਕੀ ਦਿੱਤਾ, ਏਡਾ ਵੱਡਾ ਸਰੀਰ, ਇੰਨਾ ਅਮੋਲਕ ਸਰੀਰ ਤੇਰੇ ਕੋਲ ਹੈ, ਫਿਰ ਵੀ ਕਹੀ ਜਾਣੇ ਰੱਬ ਨੇ ਕੀ ਦਿੱਤਾ, ਕਿਉਂਕਿ ਲਾਲਚ ਬਿਰਤੀ ਤੇਰੇ ਅੰਦਰ ਪੈਦਾ ਹੋ ਗਈ। ਆ ਹੱਥ ਵੇਖ, ਜੇ ਇਹਨਾਂ ਦੇ ਵਿੱਚ ਵਿਗਾੜ ਪੈਦਾ ਹੋ ਜਾਵੇ, ਇਹਨਾਂ ਦੀ ਮੁਰੰਮਤ ਕਰਵਾਉਣ ਦੇ ਲਈ ਕਿੰਨੇ ਰੁਪਏ ਖਰਚ ਕਰ ਦਿੰਨਾ। ਕਿਤੇ ਘੱਟ ਕੀਮਤੀ ਚੀਜ਼ ਉੱਪਰ ਵੱਧ ਰੁਪਈਆ ਨਹੀਂ ਖਰਚਦਾ ਬੰਦਾ। ਹੁਣ ਹੱਥ ਨੇ ਰੱਬ ਨੇ ਦਿੱਤੇ ਨੇ, ਇਸ ਦਾਤ ਵੱਲ ਵੇਖ ਕੇ ਦਾਤੇ ਨਾਲ ਜੁੜਨਾ ਸੀ। ਤੇ ਪਾਤਸ਼ਾਹ ਜੀ ਕਹਿੰਦੇ ਦੀਨੇ ਹਸਤ, ਹੇ ਭਾਈ ਰੱਬ ਨੇ ਦਿੱਤੇ ਨੇ ਇਹ ਹੱਥ, ਪਾਮ, ਹੇ ਭਾਈ ਆ ਜਿਹੜੇ ਪੈਰ ਨੇ ਨਾ ਤੇਰੇ ਕੋਲ, ਪੂਰਾ ਸਰੀਰ ਇਹਨਾਂ ਪੈਰਾਂ ਨੇ ਚੁੱਕਿਆ ਹੋਇਆ। ਆ ਲਓ ਸੁਣੋ, ਕਹਿੰਦੇ ਤੂੰ ਕਹਿੰਦਾ ਰੱਬ ਨੇ ਕੀ ਦਿੱਤਾ, ਉਹ ਲਾਲਚੀ ਬੰਦੇ ਆ, ਰੱਬ ਨੇ ਤੈਨੂੰ ਹੱਥ ਦਿੱਤੇ ਨੇ। ਉਹ ਭੈੜੀ ਸੋਚ ਵਾਲਿਆ, ਰੱਬ ਦੀ ਸਿਫਤ ਸਲਾਹ ਕਰ, ਉਹਨੇ ਤੈਨੂੰ ਪੈਰ ਦਿੱਤੇ ਨੇ। ਦੀਨੇ ਹਸਤ ਪਾਮ ਕਰਨ, ਉਹ ਤੂੰ ਕਹਿਣਾ ਰੱਬ ਨੇ ਕੀ ਦਿੱਤਾ, ਆ ਕੰਨ ਜਿਨ੍ਹਾਂ ਦੇ ਨਾਲ ਸੁਣਦਾ ਏ। ਤੇ ਧਿਆਨ ਦਿਓ, ਇਹ ਕੰਨ ਏਡੀ ਅਮੋਲਕ ਦਾਤ ਨੇ,
ਜੇ ਇਹ ਕੰਨ ਨਾ ਹੁੰਦੇ ਤੇ ਬੰਦਾ ਗੂੰਗਾ ਪੈਦਾ ਹੁੰਦਾ। ਇਸ ਗੱਲ ਨੂੰ ਧਿਆਨ ਵਿੱਚ ਰੱਖਣਾ। ਤੂੰ ਕਹਿੰਦਾ ਰੱਬ ਨੇ ਕੀ ਦਿੱਤਾ? ਆ ਕੰਨ ਜਿਹੜੇ ਤੇਰੇ ਤਨ ਤੇ ਲੱਗੇ ਨੇ ਨਾ, ਇਹ ਸਰਵਣੋਂ ਮੇਰੇ ਉਹ ਸੱਚ ਹੈ ਸੁਣਨਾ ਨੋ ਪਠਾਏ। ਸੱਚ ਹੈ ਸੁਣਨਾ ਨੋ ਪਠਾਏ ਸਰੀਰ ਲਾਏ। ਸੁਣੋ ਸਤ ਬਾਣੀ ਆਇਓ ਸੁਣਨ ਪੜਨ ਕੋ ਬਾਣੀ। ਉਹ ਬੰਦਿਆ ਤੂੰ ਕਹਿੰਦਾ ਰੱਬ ਨੇ ਕੀ ਦਿੱਤਾ? ਆ ਕੰਨ ਜਿਨ੍ਹਾਂ ਦੀ ਵਰਤੋਂ ਕਰਕੇ ਤੂੰ ਅੱਜ ਬੋਲਦਾ ਪਿਆ, ਨਹੀਂ ਤੂੰ ਬੋਲ ਨਹੀਂ ਸਕਦਾ ਸੀ। ਅੱਜ ਵੀ ਸਾਇੰਸ ਦੀ ਵਿਚਾਰਧਾਰਾ ਇਹ ਹੈ, ਜਿਹੜਾ ਬੱਚਾ ਜੰਮਦਾ ਬੋਲਾ ਹੈ ਉਹ ਗੂੰਗਾ ਵੀ ਹੋਵੇਗਾ, ਕਿਉਂਕਿ ਹੁਣ ਉਹਨੇ ਕੁਝ ਸੁਣਿਆ ਹੀ ਨਹੀਂ। ਫਿਰ ਬੋਲੇਗਾ ਕੀ? ਜੇ ਸੁਣੇਗਾ ਤਾਂ ਬੋਲਣ ਦੀ ਤਾਕਤ ਪੈਦਾ ਹੋਵੇਗੀ। ਤੇ ਬੰਦਾ ਇਹ ਕੀਮਤੀ ਦਾਤ ਕੰਨ ਪ੍ਰਾਪਤ ਕਰਕੇ ਵੀ ਕਹਿੰਦਾ ਰੱਬਾ ਤੂੰ ਮੈਨੂੰ ਕੀ ਦਿੱਤਾ? ਪਾਤਸ਼ਾਹ ਜੀ ਕਹਿੰਦੇ ਲਾਲਚੀ ਬੰਦਿਆ, ਉਹ ਰੱਬ ਨੇ ਕੰਨ ਦਿੱਤੇ ਨੇ ਤੈਨੂੰ, ਜੇ ਇਹ ਨਾ ਹੁੰਦੇ ਤੇ ਅੱਜ ਗੂੰਗਾ ਹੁੰਦਾ ਤੂੰ। ਅੱਜ ਗੂੰਗਾ ਹੁੰਦਾ, ਬੋਲ ਹੀ ਨਹੀਂ ਸਕਣਾ ਸੀ ਕੁਝ। ਤੇ ਸਾਡੇ ਅੰਦਰ ਬੋਲਣ ਦੀ ਤਾਕਤ ਇਸ ਕਰਕੇ ਪੈਦਾ ਹੋ ਰਹੀ ਕਿਉਂਕਿ ਅਸੀਂ ਸੁਣਦੇ ਹਾਂ। ਇਸ ਕਰਕੇ ਧਿਆਨ ਦੇਣਾ, ਜਿਹੜਾ ਬੱਚਾ ਜੰਮਦਾ ਹੀ ਬੋਲਾ ਹੈ ਉਹ ਗੂੰਗਾ ਹੋਵੇਗਾ, ਉਹ ਬੋਲ ਨਹੀਂ ਸਕੇਗਾ ਕੁਝ, ਕਿਉਂਕਿ ਉਹਨੇ ਸੁਣਿਆ ਨਹੀਂ ਕੁਝ। ਇਹ ਅਮੋਲਕ ਦਾਤ ਨੇ। ਇਹਨਾਂ ਕੰਨਾਂ ਦੀ ਵਰਤੋਂ ਕਰਦੇ ਹੋਏ ਨਾ ਰੱਬ ਦਾ ਸ਼ੁਕਰਾਨਾ ਕਰਨਾ ਚਾਹੀਦਾ। ਮੇਰੇ ਮਾਲਕਾ ਤੂੰ ਧੰਨਵਾਦ ਤੇਰਾ, ਤੂੰ ਸਾਨੂੰ ਸੁਣਨ ਦੀ ਤਾਕਤ ਦਿੱਤੀ, ਤਾਂ ਬੋਲ ਸਕਦੇ ਹਾਂ। ਪਾਤਸ਼ਾਹ ਜੀ ਕਹਿੰਦੇ ਦੀਨੇ ਹਸਤ ਪਾਮ ਕਰਨ ਨੇਤਰ। ਆ ਨੇਤਰ ਜਿਨ੍ਹਾਂ ਦੇ ਨਾਲ ਪੂਰੇ ਜਗਤ ਨੂੰ ਵੇਖਦਾ ਪਿਆ, ਹਾਲੇ ਵੀ ਕਹੀ ਜਾ ਰਹੇ ਆ ਰੱਬਾ ਮੈਨੂੰ ਕੀ ਦਿੱਤਾ? ਪਾਤਸ਼ਾਹ ਜੀ ਕਹਿੰਦੇ ਬਿਰਥਾ ਜਨਮ ਪ੍ਰਾਣੀ। ਬੰਦਿਆ ਇੰਨੀਆਂ ਅਮੋਲਕ ਦਾਤਾਂ ਲੈ ਕੇ ਵੀ ਰੱਬ ਤੇ ਦੋਸ਼ ਲਾਈ ਜਾ ਰਹੇ ਆ, ਰੱਬਾ ਕੀ ਦਿੱਤਾ ਮੈਨੂੰ? ਫਿਰ ਤੇ ਅਮੋਲਕ ਦਾਤ ਪ੍ਰਾਪਤ ਕਰਕੇ ਵੀ ਜਨਮ ਵਿਰਥਾ ਹੀ ਜਾ ਰਿਹਾ, ਸਫਲਤਾ ਨਹੀਂ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਰੱਬ ਨੂੰ ਚੇਤੇ ਕਰਨ ਦੇ ਲਈ ਬਸ ਇਹ ਵਿਚਾਰ ਨਾ ਬਣਾ ਵੀ ਮੇਰੇ ਕੋਲ ਬਹੁਤੀ ਧਨ ਦੌਲਤ ਹੋਵੇਗੀ ਤਾਂ ਰੱਬ ਜੀ ਤੈਨੂੰ ਚੇਤੇ ਕਰਾਂਗਾ। ਨਹੀਂ, ਆ ਤੇਰੇ ਕੋਲ ਕੀਮਤੀ ਅੱਖਾਂ ਨੇ। ਇੱਕ ਵਾਰੀ ਨਜ਼ਰ ਘਟ ਜਾਵੇ ਤੇ ਕਿੰਨੇ ਰੁਪਈਏ ਬੰਦਾ ਖਰਚਦਾ, ਕਿੰਨਾ ਦੁਖੀ ਵੀ ਹੁੰਦਾ। ਪਰ ਜਿਹੋ ਜੀ ਨਜ਼ਰ ਰੱਬ ਨੇ ਬਣਾਈ ਹੈ ਉਹੋ ਜੀ ਨਜ਼ਰ ਨਹੀਂ ਬਣਦੀ। ਡਾਕਟਰ ਆਪਣੀ ਜਿੰਨੀ ਮਰਜ਼ੀ ਤਾਕਤ ਲਗਾ ਲਵੇ, ਜੋ ਰੱਬ ਨੇ ਦਾਤ ਦੇ ਦਿੱਤੀ ਉਹਦੇ ਵਰਗੀ ਦਾਤ ਕੋਈ ਦੇ ਨਹੀਂ ਸਕਦਾ। ਇਸ ਕਰਕੇ ਯਤਨ ਕਰਨਾ, ਰੱਬ ਦਾ ਸ਼ੁਕਰਾਨਾ ਹੀ ਹੋਵੇਗਾ, ਸਾਡੇ ਅੰਦਰੋਂ ਧੰਨਵਾਦ ਹੀ ਨਿਕਲੇਗਾ, ਉਹਦੀ ਸਿਫਤ ਸਲਾਹ ਹੀ ਨਿਕਲੇਗੀ ਜਿੱਦਣ ਅਸੀਂ ਉਹਦੀਆਂ ਦਾਤਾਂ ਦੀ ਕਦਰ ਜਾਣ ਲਈ। ਜਿੱਦਣ ਉਹਦੀਆਂ ਦਾਤਾਂ ਦੀ ਅਸੀਂ ਅਹਿਮੀਅਤ ਜਾਣ ਲਈ ਨਾ, ਫਿਰ ਇੱਕ ਕੰਗਾਲ ਬੰਦਾ ਵੀ ਕਦੇ ਨਹੀਂ ਕਵੇਗਾ ਰੱਬਾ ਤੂੰ ਮੈਨੂੰ ਕੀ ਦਿੱਤਾ? ਕਿਉਂਕਿ ਰੱਬ ਨੇ ਇਹ ਤੰਦਰੁਸਤ ਕੀਮਤੀ ਸਰੀਰ ਦੇ ਦਿੱਤਾ, ਇਹ ਵੱਡਮੁੱਲੀ ਦਾਤ ਹੈ। ਉਹਦੀ ਧਨ ਦੌਲਤ ਦਾ ਕੀ ਹੈ? ਤੁਸੀਂ ਇਹ ਸਰੀਰ ਨਾਲ ਵਰਕ ਕਰੋ, ਕੰਮ ਕਾਰ ਕਰੋ, ਅੱਜ ਕੰਗਾਲ ਹੋ ਕੱਲ ਨੂੰ ਅਮੀਰ ਹੋ ਜਾਵੋਗੇ। ਇਹਦੇ ਵਿੱਚ ਰੱਬ ਦਾ ਥੋੜ੍ਹੀ ਕੋਈ ਦੋਸ਼। ਰੱਬ ਨੇ ਇਹ ਸਰੀਰ ਦੇ ਦਿੱਤਾ, ਹੁਣ ਇਹਦੀ ਯੋਗ ਵਰਤੋਂ ਕਰਕੇ ਜਿੰਨਾ ਕੁਝ ਮਰਜ਼ੀ ਤੁਸੀਂ ਖਰੀਦ ਲਵੋ, ਜਿੰਨਾ ਕੁਝ ਮਰਜ਼ੀ ਪ੍ਰਾਪਤ ਕਰ ਲਵੋ। ਪਾਤਸ਼ਾਹ ਜੀ ਕਹਿੰਦੇ ਇਹਨਾਂ ਦਾਤਾਂ ਦੀ ਵਰਤੋਂ ਕਰਦਾ, ਦਾਤੇ ਨਾਲ ਜੁੜਿਆ ਰਹਿ ਤਾਂ ਜੀਵਨ ਦੀ ਸਫਲਤਾ। ਜੇ ਇਹਨਾਂ ਦਾਤਾਂ ਨੂੰ ਪ੍ਰਾਪਤ ਕਰਕੇ ਦਾਤੇ ਨਾਲੋਂ ਟੁੱਟ ਗਿਆ, ਫਿਰ ਭਾਵੇਂ ਕਿੰਨਾ ਮਰਜ਼ੀ ਕੁਝ ਕੀਮਤੀ ਤੇਰੇ ਕੋਲ ਹੋਵੇ, ਜਨਮ ਵਿਰਥਾ। ਜਿਨ੍ਹਾਂ ਲੋਕਾਂ ਨੂੰ ਸਮਝ ਲੱਗੀ ਸੀ, ਸਿਕੰਦਰ ਵਰਗੇ ਬਾਦਸ਼ਾਹ ਜਿਹੜੇ ਪੂਰੀ ਦੁਨੀਆ ਨੂੰ ਜਿੱਤਣ ਦੀ ਗੱਲ ਕਰਦੇ ਸੀ,
ਜਦੋਂ ਮੌਤ ਦਾ ਵੇਲਾ ਆਉਂਦਾ ਹੈ ਉਦੋਂ ਪਤਾ ਲੱਗਦਾ ਸਾਰਾ ਹੀ ਵਿਰਥਾ ਜਨਮ ਗਿਆ, ਸਾਰਾ ਕੁਝ ਹੀ ਵਿਰਥਾ। ਤੇ ਇਸੇ ਕਰਕੇ ਕਹੇ ਸਨ ਵੀ ਮੇਰੇ ਹੱਥ ਬਾਹਰ ਕੱਢ ਦਿਓ, ਮੇਰੇ ਹੱਥ ਬਾਹਰ ਕੱਢ ਦਿਓ, ਲੋਕਾਂ ਨੂੰ ਪਤਾ ਲੱਗੇ ਏਡਾ ਵੱਡਾ ਬਾਦਸ਼ਾਹ ਦੁਨੀਆ ਦੇ ਵਿੱਚੋਂ ਖਾਲੀ ਹੱਥ ਜਾ ਰਿਹਾ, ਕੁਝ ਨਹੀਂ ਲੈ ਕੇ ਜਾ ਰਿਹਾ ਨਾਲ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੁਸੀਂ ਪੜ੍ਹੋ, ਪਾਤਸ਼ਾਹ ਜੀ ਕਹਿੰਦੇ ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਆ। ਉਹ ਜਿਹੜਾ ਤਨ ਲੈ ਕੇ ਆਇਆ ਸੀ ਇਹ ਵੀ ਨਾਲ ਨਹੀਂ ਜਾਣਾ। ਐਵੇਂ ਲਾਲਚ ਦੇ ਵਿੱਚ ਫਸਿਆ ਹੋਇਆਂ ਬੰਦਿਆ ਧਿਆਨ ਮਾਰ, ਚੇਤੇ ਰੱਖਿਓ, ਜਿੱਦਣ ਉਹਦੀਆਂ ਦਾਤਾਂ ਦੀ ਅਹਿਮੀਅਤ ਜਾਣ ਲਈ ਦੁਨੀਆ ਦਾ ਇੱਕ ਵੀ ਬੰਦਾ ਨਹੀਂ ਜਿਹੜਾ ਕਹੇਗਾ ਰੱਬਾ ਤੂੰ ਮੈਨੂੰ ਕੀ ਦਿੱਤਾ। ਇਸ ਸਰੀਰ ਦੀ ਕਦਰ ਜਾਣੀਏ, ਮੇਰੇ ਮਾਲਕ ਨੇ ਕਿੱਡਾ ਅਮੋਲਕ ਸਰੀਰ ਦਿੱਤਾ ਹੈ। ਪਾਤਸ਼ਾਹ ਜੀ ਕਹਿੰਦੇ ਜੀਨੇ ਹਸਤ ਪਾਮ ਕਰਨ ਨੇਤਰ ਰਸਨਾ। ਉਹ ਪਿਆਰਿਆ ਆਹ ਦਾਤਾਂ ਜਿਹੜੀਆਂ ਤੂੰ ਵਰਤਦਾ ਪਿਆ ਨਾ, ਇਹ ਵਰਤਦਾ ਪਿਆ, ਜਿਸ ਮਾਲਕ ਨੇ ਇਹ ਦਿੱਤੀਆਂ ਨੇ ਉਸ ਦਾਤੇ ਨਾਲ ਜੁੜਨਾ ਸੀ। ਪਰ ਲਾਲਚੀ ਬੰਦਿਆ ਏਡੀਆਂ ਕੀਮਤੀ ਦਾਤਾਂ ਲੈ ਕੇ ਵੀ ਕਹੀ ਜਾ ਰਹੇ ਰੱਬਾ ਕੀ ਦਿੱਤਾ ਮੈਂ ਤੈਨੂੰ ਕਿਉਂ ਚੇਤੇ ਕਰਾਂ। ਨਾਮ ਵਿਸਾਰ ਲੱਗੇ ਅੰਨ ਲਾਲਚ। ਜਿਹੜੇ ਬੰਦੇ ਇਦਾਂ ਲਾਲਚ ਵਿੱਚ ਲੱਗ ਗਏ ਨੇ ਮਾਲਕ ਨੂੰ ਵਿਸਾਰ ਦਿੱਤਾ ਹੈ ਜਿਨ੍ਹਾਂ ਨੇ, ਪਾਤਸ਼ਾਹ ਜੀ ਕਹਿੰਦੇ ਉਹ ਅਮੋਲਕ ਦਾਤ ਲੈ ਕੇ ਵੀ ਆਪਣੇ ਜਨਮ ਨੂੰ ਵਿਰਥਾ ਕਰ ਗਏ, ਆਪਣੇ ਜਨਮ ਨੂੰ ਵਿਰਥਾ ਕਰ ਗਏ। ਇਸ ਕਰਕੇ ਸ਼ਬਦ ਕਹੇ ਜੀਨੇ ਹਸਤ ਪਾਮ ਕਰਨ ਨੇਤਰ ਰਸਨਾ। ਇੰਨੀਆਂ ਦਾਤਾਂ ਲੈ ਕੇ ਵੀ, ਇੰਨੀਆਂ ਦਾਤਾਂ ਪ੍ਰਾਪਤ ਕਰਕੇ ਵੀ ਅਵਰ ਸੰਗ ਰਚਨਾ, ਕਿਸੇ ਹੋਰ ਦੇ ਵਿੱਚ ਹੀ ਰਚਿਆ ਪਿਆ ਏ। ਨਾਮ ਵਿਸਾਰ ਲੱਗੇ ਅੰਨ ਲਾਲਚ ਬਿਰਥਾ ਜਨਮ ਪ੍ਰਾਣੀ। ਹੇ ਪ੍ਰਾਣੀ ਇਹ ਤੇਰਾ ਜਨਮ ਵਿਰਥਾ ਹੀ ਜਾ ਰਿਹਾ ਦਾਤਾਂ ਲੈ ਕੇ, ਕਿਉਂਕਿ ਦਾਤੇ ਨੂੰ ਭੁਲਾ ਦਿੱਤਾ। ਔਰ ਰੱਬ ਨੂੰ ਚੇਤੇ ਕਰਨ ਦੇ ਲਈ ਕਿਸੇ ਤਸਵੀਰ ਦਾ ਸਹਾਰਾ ਲੈਣ ਦੀ ਲੋੜ ਨਹੀਂ, ਕਿਸੇ ਮੂਰਤੀ ਵੱਲ ਧਿਆਨ ਜੋੜਨ ਦੀ ਲੋੜ ਨਹੀਂ। ਪਿਆਰਿਓ ਆਪਣੇ ਵੱਲ ਧਿਆਨ ਲੈ ਕੇ ਆਈਏ। ਆਪ ਨੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਵੇਖ। ਇਹ ਗੱਲ ਨੂੰ ਧਿਆਨ ਵਿੱਚ ਰੱਖਿਓ। ਜਿੱਦਣ ਅਸੀਂ ਆਪਣੇ ਜੀਵਨ ਦੀ ਖੋਜ ਕਰਨੀ ਸ਼ੁਰੂ ਕਰਤੀ ਨਾ, ਬੰਦੇ ਖੋਜ ਦਿਲ ਹਰ ਰੋਜ਼ ਆਪਣੇ ਆਪ ਦੀ ਖੋਜ ਕਰ, ਆਪਣੇ ਆਪ ਦੀ ਵਿਚਾਰ ਕਰਕੇ ਤੇ ਵੇਖ, ਫਿਰ ਰੱਬ ਨੂੰ ਕਦੇ ਭੁੱਲੇਗਾ ਨਹੀਂ। ਬਾਰ ਬਾਰ ਉਹਦਾ ਸ਼ੁਕਰਾਨਾ ਹੀ ਹੋਵੇਗਾ, ਧੰਨਵਾਦ ਮੇਰੇ ਮਾਲਕਾ ਤੇਰਾ। ਨਹੀਂ ਤੇ ਭਾਈ ਗੁਰਦਾਸ ਜੀ ਕਹਿੰਦੇ ਹਾਲਤ ਹੀ ਬੰਦੇ ਦੀ ਇਹ ਏਡੀ ਕੀਮਤੀ ਦਾਤ ਲੈ ਕੇ ਵੀ ਰੱਬ ਦੇ ਬਾਰੇ ਕਹੀ ਜਾਂਦਾ ਕੀ ਦਿੱਤਾ ਮੈਨੂੰ। ਕਹਿੰਦੇ ਬਸ ਜਿਵੇਂ ਇੱਕ ਬਾਂਦਰ ਦੀ ਹਾਲਤ ਹੈ ਨਾ, ਕਹਿੰਦੇ ਬਾਂਦਰ ਦੀ ਗੱਲ ਕਰੀਏ। ਬਾਂਦਰ ਨੂੰ ਕੀਮਤੀ ਰਤਨਾਂ ਦੀ ਇੱਕ ਮਾਲਾ ਮਿਲ ਗਈ। ਉਹ ਕੀਮਤੀ ਰਤਨਾਂ ਦੀ ਮਾਲਾ ਪ੍ਰਾਪਤ ਕਰਕੇ ਵੀ ਉਦਾਂ ਹੀ ਟਪੂਸੀਆਂ ਮਾਰਦਾ ਫਿਰੀ ਜਾ ਰਿਹਾ ਜਿਵੇਂ ਪਹਿਲਾਂ ਮਾਰਦਾ ਸੀ, ਕਿਉਂਕਿ ਉਹਨੂੰ ਨਹੀਂ ਕਦਰ ਪਤਾ ਵੀ ਇਹ ਕਿੱਡਾ ਕੀਮਤੀ ਮੋਤੀ ਹੀਰੇ ਨੇ। ਜੇ ਕਦਰ ਪਤਾ ਹੁੰਦੀ ਤੇ ਉਹਦੇ ਨਾਲ ਆਪਣੇ ਜੀਵਨ ਦੇ ਵਿੱਚ ਬਹੁਤ ਕੁਝ ਪ੍ਰਾਪਤ ਕਰ ਲੈਂਦਾ, ਆਪਣਾ ਘਰ ਬਣਾ ਲੈਂਦਾ, ਬਹੁਤ ਕੀਮਤੀ ਦਾਤਾਂ ਦਾ ਮਾਲਕ ਬਣ ਜਾਂਦਾ। ਕਹਿੰਦੇ ਪਰ ਹੁਣ ਕੀਮਤੀ ਰਤਨ ਦੀ ਆਪਣੇ ਜੀਵਨ ਵਿੱਚ ਅਹਿਮੀਅਤ ਨਹੀਂ ਜਾਣੀ, ਇਸੇ ਕਰਕੇ ਬਾਂਦਰ ਹੀ ਬਣਿਆ ਰਿਹਾ। ਉਹ ਬਾਂਦਰਾਂ ਵਾਲੀਆਂ ਹਰਕਤਾਂ ਹੀ ਕਰਦਾ ਰਿਹਾ। ਵਾ ਬੰਦੇ ਦੀ ਹਾਲਤ ਇਹੀ। ਆ ਅਮੋਲਕ ਦਾਤ ਹੈ, ਆ ਕੀਮਤੀ ਰਤਨ ਮੇਰੇ ਮਾਲਕ ਨੇ ਸਰੀਰ ਦਾ ਸਾਨੂੰ ਦਿੱਤਾ। ਤੇ ਬਸ ਇਹ ਕੀਮਤੀ ਦਾਤ ਪ੍ਰਾਪਤ ਕਰਕੇ ਬੰਦਾ ਕਹਿੰਦਾ ਦਿੱਤਾ ਕੀ? ਰਤਨ ਮਣੀ ਗਲ ਬਾਂਦਰ ਹੈ, ਕਿਹ ਕੀਮ ਨਾ ਜਾਣਾ। ਭਾਈ ਗੁਰਦਾਸ ਕਹਿੰਦੇ ਕੀਮਤੀ ਰਤਨਾਂ ਦੀ ਮਾਲਾ ਪਾ ਕੇ ਵੀ ਬਾਂਦਰ ਨੂੰ ਅਕਲ ਕੋਈ ਨਹੀਂ ਆਈ। ਬਸ ਆਹੀ ਤੇ ਹਾਲਤ ਹੈ, ਬੰਦੇ ਨੇ ਇੰਨੀਆਂ ਕੀਮਤੀ ਦਾਤਾਂ ਲੈ ਲਈਆਂ, ਅਕਲ ਫਿਰ ਵੀ ਨਹੀਂ ਆਈ, ਆਪਣੇ ਮਾਲਕ ਦੀ ਅਹਿਮੀਅਤ ਨਹੀਂ ਜਾਣੀ। ਕੜਛੀ ਛਾਓ ਨਾ ਸੰਭਲੈ ਭੋਜਨ ਰਸ ਖਾਣਾ। ਕਹਿੰਦੇ ਜਿਵੇਂ ਕੜਛੀ ਕਈ ਭੋਜਨਾਂ ਦੇ ਵਿੱਚ ਘੁੰਮਦੀ ਹੈ,
ਪਰ ਸਵਾਦ ਨਹੀਂ ਜਾਣਦੀ। ਡੱਡੂ ਚਿੱਕੜ ਵਾਸ ਹੈ, ਕਬਲੈ ਨਾ ਸਿਆਣੈ। ਭੌਰੇ ਦੂਰੋਂ ਦੂਰੋਂ ਆ ਕੇ ਕਮਲ ਦੇ ਫੁੱਲ ਦਾ ਰਸ ਮਾਣਦੇ ਨੇ, ਪਰ ਡੱਡੂ ਕੋਲੇ ਰਹਿ ਕੇ ਵੀ ਕਦਰ ਨਹੀਂ ਪਾਉਂਦਾ। ਗੁੱਜਰ ਗੋਰਸ ਵੇਚ ਕਾ ਖਲ ਸੂੜੀ ਆਣੈ। ਤੇ ਗੁੱਜਰ ਦੀ ਗੱਲ ਕਹਿੰਦੇ ਦੁੱਧ ਵੇਚ ਦਿੰਦਾ, ਤੂੜੀ ਖਰੀਦ ਲੈਂਦਾ। ਬੇਮੁਖ ਮੂਲੋਂ ਘੁੱਥਿਆ ਦੁੱਖ ਸਹਿਜ ਮਾਣੈ। ਕਹਿੰਦੇ ਇਸੇ ਤਰ੍ਹਾਂ ਹੀ ਜਿਹੜੇ ਆਪਣੇ ਮਾਲਕ ਤੋਂ ਹੀ ਬੇਮੁਖ ਹੋ ਚੁੱਕੇ ਨੇ ਨਾ, ਉਹ ਦੁੱਖ ਹੀ ਸਹਿੰਦੇ ਨੇ ਜ਼ਮਾਨੇ ਵਿੱਚ। ਅਮੋਲਕ ਜਨਮ ਪ੍ਰਾਪਤ ਕਰਕੇ ਵੀ ਉਹ ਸੁਖੀ ਨਹੀਂ ਵਸਦੇ, ਕਿਉਂਕਿ ਆਪਣੇ ਮਾਲਕ ਦੀ ਅਹਿਮੀਅਤ ਨਹੀਂ ਜਾਣੀ, ਕਦਰ ਨਹੀਂ ਜਾਣੀ, ਉਹਦੇ ਨਾਲੋਂ ਟੁੱਟ ਗਏ। ਤਾਂ ਹੀ ਸਾਨੂੰ ਸੁਚੇਤ ਕੀਤਾ ਗਿਆ, ਜਿਸ ਮਾਲਕ ਨੇ ਕਿਰਪਾ ਕੀਤੀ, ਦਾਤਾਂ ਦਿੱਤੀਆਂ, ਉਸ ਦਾਤੇ ਨਾਲ ਜੁੜਿਆ ਰਹਿ। ਦਾਤਾਂ ਸਾਡੇ ਕੋਲ ਨੇ। ਅਮੀਰੀ ਅਤੇ ਗਰੀਬੀ ਇਹ ਰੱਬ ਨਹੀਂ ਦਿੰਦਾ ਕਿਸੇ ਨੂੰ, ਇਹ ਸਾਡੀ ਸੋਚ ਹੈ, ਤੇ ਸੋਚ ਤੇ ਬਦਲਦੀ ਹੈ। ਅਸੀਂ ਆਪਣੇ ਜੀਵਨ ਵਿੱਚ ਅੱਜ ਗਰੀਬ ਹਾਂ, ਮਿਹਨਤ ਕਰੋ, ਕਿਰਤ ਕਰੋ। ਭਾਈ ਭਗਤ ਕਬੀਰ ਸਾਹਿਬ ਜੀ ਨੇ ਤਾਂ ਹੀ ਗੱਲ ਕਹੀ ਸੀ, ਕਹਿੰਦੇ ਆਹ ਚੀਜ਼ਾਂ ਵੇਖ ਕੇ ਨਾ ਰੱਬ ਦੇ ਪ੍ਰਤੀ ਮੰਦੀ ਭਾਵਨਾ ਨਾ ਪੈਦਾ ਕਰ। ਉਹਨੇ ਅਮੀਰ ਤੇ ਗਰੀਬ ਨਹੀਂ ਬਣਾਇਆ, ਉਹਨੇ ਤੇ ਅਮੀਰ ਦੇ ਬੱਚੇ ਨੂੰ ਵੀ ਉਸੇ ਤਰ੍ਹਾਂ ਮਾਂ ਦੀ ਕੁੱਖ ਦੇ ਵਿੱਚ ਰੱਖਿਆ ਜਿਵੇਂ ਗਰੀਬ ਦੇ ਬੱਚੇ ਨੂੰ ਰੱਖਿਆ। ਇਹਦੇ ਵਿੱਚ ਰੱਬ ਦਾ ਕੀ ਦੋਸ਼ ਕੱਢਦਾ ਪਿਆ ਹੈ? ਇਹ ਤੇ ਤੇਰੀਆਂ ਸੋਚਾਂ ਨੇ। ਤਾਂ ਹੀ ਸ਼ਬਦ ਕੇ ਦੋ ਤਸਵੀਰਾਂ ਰੱਖ ਕੇ ਗੱਲ ਕੀਤੀ ਸੀ। ਕਹਿੰਦੇ ਵੇਖ ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਲਗ ਨਿਵਾਰਾ, ਕਾਹੂ ਗਰੀ ਗੋਦਰੀ, ਨਾ ਹੀ ਕਾਹੂ ਖਾਨ ਪਰਾਰਾ। ਕਿ ਬੰਦਾ ਕਹਿੰਦਾ ਵੀ ਰੱਬ ਨੇ ਕਈਆਂ ਨੂੰ ਰੇਸ਼ਮੀ ਕੱਪੜੇ ਦੇ ਦਿੱਤੇ ਤੇ ਸੌਣ ਲਈ ਕੀਮਤੀ ਪਲੰਗ, ਕਈਆਂ ਕੋਲ ਪਾਟੇ ਹੋਏ ਕੱਪੜੇ ਵੀ ਪਹਿਨਣ ਨੂੰ ਨਹੀਂ ਤੇ ਸੌਣ ਲਈ ਪਰਾਲੀ। ਦੋ ਹੋ ਗਏ ਨੇ। ਇੱਕ ਕੀਮਤੀ ਪਲੰਗਾਂ ਤੇ ਸੌਂਦੇ ਨੇ, ਰੇਸ਼ਮੀ ਕੱਪੜੇ ਪਾਉਂਦੇ ਨੇ, ਇੱਕ ਦੇ ਕੋਲ ਪਾਟੇ ਹੋਏ ਕੱਪੜੇ ਵੀ ਪਹਿਨਣ ਲਈ ਨਹੀਂ, ਪਰਾਲੀ ਤੇ ਸੌਂਦੇ। ਭਗਤ ਕਬੀਰ ਸਾਹਿਬ ਮਹਾਰਾਜ ਜੀ ਕਹਿੰਦੇ ਮੇਰੇ ਮਨਾ, ਆ ਦੋਵੇਂ ਚੀਜ਼ਾਂ ਨੂੰ ਵੇਖ ਕੇ ਆਪਣੇ ਜੀਵਨ ਵਿੱਚ ਝਗੜਾ ਪੈਦਾ ਨਾ ਕਰ, ਮੰਦੀ ਸੋਚ ਨਾ ਪੈਦਾ ਕਰ। ਅਹਿ ਰਖ ਬਾਦ ਨਾ ਕੀਜੈ ਰੇ ਮਨ, ਸੁਕ੍ਰਿਤ ਕਰ ਕਰ ਲੀਜੈ ਰੇ ਮਨ। ਜੇ ਤੈਨੂੰ ਅਮੀਰੀ ਚੰਗੀ ਲੱਗਦੀ ਹੈ, ਤੂੰ ਵੀ ਅਮੀਰ ਹੋ ਸਕਦਾ। ਨੇਕ ਕਰਮ ਕਰ, ਆਪਣੇ ਜੀਵਨ ਵਿੱਚ ਕਿਰਤ ਕਰ, ਮਿਹਨਤ ਕਰ। ਅੱਜ ਤੂੰ ਕੰਗਾਲ ਹੈ, ਕੱਲ੍ਹ ਨੂੰ ਤੂੰ ਅਮੀਰ ਹੋ ਸਕਦਾ ਹੈ। ਅੱਜ ਤੇਰੇ ਥੱਲੇ ਪਰਾਲੀ ਹੈ, ਕੱਲ੍ਹ ਨੂੰ ਤੇਰੇ ਕੋਲ ਕੀਮਤੀ ਪਲੰਘ ਹੋ ਸਕਦੇ ਨੇ। ਅੱਜ ਤੇਰੇ ਕੋਲ ਪਾਟੇ ਹੋਏ ਕੱਪੜੇ ਵੀ ਪਹਿਨਣ ਨੂੰ ਨਹੀਂ, ਕੱਲ੍ਹ ਨੂੰ ਤੇਰੇ ਕੋਲ ਰੇਸ਼ਮੀ ਕੱਪੜੇ ਹੋ ਸਕਦੇ ਨੇ। ਇਹਦੇ ਵਿੱਚ ਰੱਬ ਦਾ ਕੀ ਦੋਸ਼? ਇਹਦੇ ਵਿੱਚ ਤੇ ਉਹਦੀ ਦਾਤ ਦੀ ਤੂੰ ਯੋਗ ਵਰਤੋਂ ਕਰਨੀ ਸੀ। ਜਿਨ੍ਹਾਂ ਨੇ ਇਸ ਸਰੀਰ ਦੀ ਯੋਗ ਵਰਤੋਂ ਕੀਤੀ, ਉਹ ਗਰੀਬ ਤੋਂ ਅਮੀਰ ਹੋ ਗਏ। ਰੱਬ ਨੂੰ ਮਾੜਾ ਕਹਿਣ ਦਾ ਕੀ ਅਰਥ? ਉਹਨੇ ਤੇ ਸਾਡੇ ਸਾਰਿਆਂ ਨੂੰ ਕੀਮਤੀ ਦਾਤ ਦਿੱਤੀ ਹੈ। ਜਿਹੜੇ ਸਹੀ ਤਰੀਕੇ ਨਾਲ ਵਰਤ ਲੈਣਗੇ, ਉਹ ਅਨੇਕਾਂ ਦਾਤਾਂ ਪ੍ਰਾਪਤ ਕਰ ਲੈਂਦੇ ਨੇ। ਤੇ ਪਾਤਸ਼ਾਹ ਜੀ ਕਹਿੰਦੇ ਦਾਤਾਂ ਪ੍ਰਾਪਤ ਕਰਨ ਵਿੱਚ ਹੀ ਜੀਵਨ ਦੀ ਸਫਲਤਾ ਨਹੀਂ, ਦਾਤਾਂ ਪ੍ਰਾਪਤ ਕਰਕੇ ਦਾਤੇ ਨਾਲ ਜੁੜੇ ਰਹਿਣਾ ਹੈ। ਤਾਂ ਆਪਣੇ ਜੀਵਨ ਦੇ ਵਿੱਚ ਮਹਾਨਤਾ ਹੈ। ਧਿਆਨ ਦੇਣਾ। ਤੁਸੀਂ ਕੁਦਰਤ ਦੀ ਗੱਲ ਨੂੰ ਧਿਆਨ ਵਿੱਚ ਰੱਖ ਕੇ ਵੇਖੋ। ਭਾਈ ਗੁਰਦਾਸ ਜੀ ਨੇ ਕਈ ਵਾਰੀ ਇਹ ਉਦਾਹਰਨ ਦਿੱਤੀ। ਕੋਇਲ ਕਦੇ ਆਪਣਾ ਆਲਣਾ ਆਪ ਨਹੀਂ ਬਣਾਉਂਦੀ, ਉਹ ਆਪਣੇ ਅੰਡੇ ਕਾਂ ਦੇ ਆਲਣੇ ਵਿੱਚ ਜਾ ਕੇ ਦਿੰਦੀ। ਕਾਂ ਦੇ ਆਲਣੇ ਵਿੱਚ ਜਾ ਕੇ ਆਪਣੇ ਅੰਡੇ ਦਿੰਦੀ ਹੈ। ਹੁਣ ਕਾਂ ਜਿਹੜਾ ਹੈ ਉਹ ਆਪਣੇ ਅੰਡੇ ਸਮਝ ਕੇ ਉਹਨਾਂ ਦੀ ਸੰਭਾਲ ਕਰਦਾ। ਜਦੋਂ ਕਾਂ ਆਪਣੇ ਆਲਣੇ ਨੂੰ ਛੱਡ ਕੇ ਜਾਂਦਾ ਤੇ ਕੋਇਲ ਆ ਕੇ ਆਪਣੇ ਉਹਨਾਂ ਅੰਡਿਆਂ ਦੇ ਕੋਲ ਬੈਠਦੀ ਹੈ, ਆਪਣਾ ਨਿੱਘ ਦਿੰਦੀ ਹੈ। ਜਦੋਂ ਕਾਂ ਆ ਜਾਂਦਾ ਫਿਰ ਦੌੜ ਜਾਂਦੀ। ਜਦੋਂ ਬੱਚੇ ਉਹਦੇ ਵਿੱਚੋਂ ਨਿਕਲਦੇ ਨੇ, ਕੋਇਲ ਸਮਾਂ ਪਾ ਕੇ ਫਿਰ ਆਪਣੇ ਉਹਨਾਂ ਬੱਚਿਆਂ ਦੇ ਕੋਲ ਆਉਂਦੀ। ਤੇ ਧਿਆਨ ਦੇਣਾ, ਹੁਣ ਕੋਇਲ ਦੇ ਬੱਚੇ ਕਾਂ ਦੇ ਆਲਣੇ ਵਿੱਚ ਰਹਿ ਕੇ ਕਾਂ ਦੇ ਕੋਲੋਂ ਭੋਜਨ ਪ੍ਰਸ਼ਾਦਾ ਛਕ ਕੇ ਵੀ ਆਪਣੀ ਮਾਂ ਨਾਲ ਜੁੜੇ ਹੋਏ ਨੇ।
ਉਹ ਕੋਇਲ ਦੀ ਬੋਲੀ ਬੋਲਦੇ ਨੇ, ਕਾਂ ਦੀ ਬੋਲੀ ਨਹੀਂ ਬੋਲਦੇ, ਭਾਵੇਂ ਰਹੇ ਸੀ ਕਾਂ ਦੇ ਘਰ ਦੇ ਵਿੱਚ ਹੀ। ਇਹ ਉਦਾਹਰਨਾਂ ਨੇ, ਇਸ ਗੱਲ ਨੂੰ ਧਿਆਨ ਵਿੱਚ ਰੱਖਣਾ। ਆਪਣੇ ਪੈਦਾ ਕਰਨ ਵਾਲੇ ਨਾਲੋਂ ਕੋਇਲ ਦੇ ਬੱਚੇ ਨਹੀਂ ਟੁੱਟੇ। ਦਾਤਾਂ ਭਾਵੇਂ ਕਾਂ ਦੇ ਕੋਲ ਹੀ ਮਿਲਦੀਆਂ ਰਹੀਆਂ, ਪਰ ਜੁੜੇ ਹੋਏ ਨੇ ਆਪਣੀ ਮਾਂ ਦੇ ਨਾਲ। ਜਦੋਂ ਉਹ ਉੱਡਣ ਦੇ ਯੋਗ ਹੋ ਜਾਂਦੇ ਨੇ, ਉਡਾਰੀ ਮਾਰ ਕੇ ਆਪਣੀ ਮਾਂ ਨਾਲ ਜੁੜ ਜਾਂਦੇ ਨੇ ਤੇ ਮਾਂ ਦੀ ਉਹ ਬੋਲੀ ਬੋਲਦੇ ਨੇ। ਉਹਨਾਂ ਦੀ ਅਹਿਮੀਅਤ ਹੀ ਤਾਂ ਹੈ, ਇੱਜ਼ਤ ਹੀ ਤਾਂ ਹੈ। ਕਾਂ ਦੀ ਕਦਰ ਕੀ? ਕੋਇਲ ਦੀ ਬੋਲੀ ਨੂੰ ਲੋਕ ਪਸੰਦ ਕਰਦੇ ਨੇ, ਕੋਇਲ ਨੂੰ ਲੋਕ ਮਹਾਨਤਾ ਦਿੰਦੇ ਨੇ। ਆ ਕੋਇਲ ਦੇ ਜੀਵਨ ਦੀ ਗਾਥਾ ਹੈ ਕਿ ਉਹ ਬੱਚੇ ਆਪਣੀ ਪੈਦਾ ਕਰਨ ਵਾਲੀ ਮਾਂ ਨਾਲ ਜੁੜੇ ਰਹੇ। ਭਾਵੇਂ ਦਾਤਾਂ ਕਾਂ ਦੇ ਘਰ ਦੇ ਵਿੱਚੋਂ ਕਈ ਮਿਲੀਆਂ ਨੇ, ਪਰ ਜੁੜੇ ਆਪਣੀ ਮਾਂ ਨਾਲ ਨੇ। ਇਸ ਕਰਕੇ ਯਤਨ ਕਰਨਾ ਆਪਣੇ ਪੈਦਾ ਕਰਨ ਵਾਲੇ ਨਾਲ ਜੁੜਨਾ। ਕੀਤਾ ਕਿਆ ਸਲਾਹੀ ਹੈ, ਕਰੇ ਸੋਏ ਸਲਾਹ। ਦਾਤਾ ਸੋ ਸਲਾਹੀ ਹੈ ਜੋ ਸਭ ਸਾ ਦੇ ਆਧਾਰ। ਕਰਤਾ ਸੋ ਸਲਾਹੀ ਹੈ ਜਿਨ ਕੀਤਾ ਆਕਾਰ। ਜਿਸ ਮਾਲਕ ਨੇ ਆਕਾਰ ਕੀਤਾ ਨਾ, ਉਹਦੀ ਸਿਫਤ ਸਲਾਹ ਕਰਨੀ। ਨਹੀਂ ਤੇ ਬੰਦੇ ਦੀ ਹਾਲਤ ਹੀ ਇਹ ਹੈ, ਕਹਿੰਦਾ ਰੱਬਾ ਕੀ ਦਿੱਤਾ ਮੈਨੂੰ ਤੂੰ। ਬਸ ਇਸੇ ਗੱਲ ਨੂੰ ਲੈ ਕੇ ਸਾਰੀ ਜ਼ਿੰਦਗੀ ਆਪਣਾ ਜਨਮ ਵਿਰਥਾ ਗਵਾਇਆ। ਤੇ ਪਾਤਸ਼ਾਹ ਜੀ ਕਹਿੰਦੇ ਤੂੰ ਗੱਲ ਕਰਦਾ ਰੱਬ ਨੇ ਕੀ ਦਿੱਤਾ, ਆ ਮੈਂ ਤੈਨੂੰ ਦੱਸਦਾ। ਇਸ ਪਾਣੀ ਤੇ ਜਿਨ ਤੂੰ ਘਰਿਆ, ਮਾਟੀ ਕਾਲੇ ਦੇਹਰਾ ਕਰਿਆ। ਉਕਤ ਸੁਰਤ ਲੈ ਜੋਤ ਪ੍ਰੀਖਿਆ, ਮਾਤ ਗਰਭ ਮੈਂ ਜਿਨ ਤੂੰ ਰਾਖਿਆ। ਰਾਖਨ ਹਾਰ ਸੰਹਾਰ ਜਨਾ, ਸਗਲੇ ਛੋੜ ਵਿਚਾਰ ਮਨਾ। ਉਹ ਆਪਣਾ ਮੁੱਢ ਤੇ ਵੇਖ, ਮਾਂ ਕੀ ਰਕਤ ਪਿਤਾ ਬਿੰਦ ਧਾਰਾ। ਮੂਰਤ ਸੂਰਤ ਕਰ ਆਪਾਰਾ। ਤੇਰੀ ਤੇ ਹਾਲਤ, ਮੁੱਢ ਤੇਰਾ ਆ ਹੈ, ਵਜੂਦ ਤੇਰਾ ਇਹ ਸੀ। ਮੇਰੇ ਮਾਲਕ ਨੇ ਵੇਖ ਤੇਰਾ ਕਿੱਡਾ ਸੋਹਣਾ ਰੂਪ ਘੜਿਆ ਹੈ। ਉਹ ਤੂੰ ਕਹਿਣਾ ਰੱਬ ਨੇ ਕੀ ਦਿੱਤਾ। ਜਿਨ ਦੀਏ ਤੁਝ ਬਾਪ ਮਹਤਾਰੀ, ਦਿਨ ਦੀਏ ਤੁਝ ਭਰਾਤ ਪਿਤਹਾਰੀ। ਜਿਨ ਦੀਏ ਤੁਝ ਬਨਤਾ ਅਰਮੀਤਾ, ਤਿਸ ਠਾਕੁਰ ਕੋ ਰੱਖ ਲੇਹ ਚੀਤਾ। ਉਸ ਠਾਕੁਰ ਨੂੰ ਚਿੱਤ ਵਿੱਚ ਰੱਖ। ਆਪਣੇ ਮਾਂ ਪਿਓ ਦੇ ਨਾਲ ਰਹਿ, ਆਪਣੇ ਧੀਆਂ ਪੁੱਤਰਾਂ ਨਾਲ ਰਹਿ, ਆਪਣੇ ਭੈਣ ਭਰਾਵਾਂ ਦੇ ਨਾਲ ਰਹਿ। ਆ ਉਹਦੀਆਂ ਦਾਤਾਂ ਨੇ, ਇਹਨਾਂ ਦੇ ਨਾਲ ਜੁੜ ਕੇ ਦਾਤੇ ਦਾ ਸ਼ੁਕਰਾਨਾ ਕਰਿਆ ਕਰ। ਮੇਰੇ ਮਾਲਕਾ ਧੰਨਵਾਦ ਤੇਰਾ, ਤੂੰ ਮੈਨੂੰ ਮਾਂ ਪਿਓ ਦਿੱਤੇ, ਤੂੰ ਮੈਨੂੰ ਧੀਆਂ ਪੁੱਤਰ ਦਿੱਤੇ, ਤੂੰ ਮੈਨੂੰ ਸਾਕ ਸੰਬੰਧੀ ਦਿੱਤੇ, ਤੂੰ ਮੈਨੂੰ ਆ ਅਮੋਲਕ ਸਰੀਰ ਦਿੱਤਾ। ਹੋਰ ਕੁਝ ਵੀ ਨਹੀਂ, ਫਿਰ ਵੀ ਰੱਬ ਦਾ ਸ਼ੁਕਰਾਨਾ ਹੀ ਕਰ। ਜੇ ਤੈਨੂੰ ਧੀਆਂ ਪੁੱਤਰ ਨਹੀਂ ਦਿੱਤੇ, ਜੇ ਤੇਰੇ ਕੋਲ ਸਾਕ ਸੰਬੰਧੀ ਨਹੀਂ, ਜੇ ਤੇਰੇ ਕੋਲ ਮਾਂ ਪਿਓ ਵੀ ਨਹੀਂ, ਤਾਂ ਵੀ ਰੱਬ ਨੂੰ ਮਾੜਾ ਨਾ ਕਹਿ। ਰੱਬ ਨੇ ਤੈਨੂੰ ਅਮੋਲਕ ਸਰੀਰ ਤੇ ਦਿੱਤਾ ਹੈ, ਇਹਦੀ ਕਦਰ ਜਾਣ। ਇਸੇ ਕਰਕੇ ਗੁਰੂ ਰਾਮਦਾਸ ਜੀ ਦਾ ਜੀਵਨ, ਮਾਂ ਪਿਓ 7 ਸਾਲ ਦੀ ਉਮਰ ਦੇ ਵਿੱਚ ਹੀ ਚਲੇ ਗਏ, ਪਰ ਰੱਬ ਨੂੰ ਕਿਤੇ ਮਾੜਾ ਨਹੀਂ ਕਿਹਾ। ਉਹਦਾ ਸ਼ੁਕਰਾਨਾ ਹੀ ਸ਼ੁਕਰਾਨਾ, ਉਹਦੇ ਨਾਲ ਜੁੜੇ ਰਹੇ। ਇੱਥੇ ਮੇਰੇ ਗੁਰੂ ਅਰਜਨ ਸਾਹਿਬ ਜੀ ਨੇ ਅੱਜ ਕਿਰਪਾ ਕੀਤੀ, ਕਹਿੰਦੇ ਆਇਓ ਸੁਣਨ ਪੜਨ ਕੋ ਬਾਣੀ। ਪਹਿਲੀ ਗੱਲ ਬੰਦਿਆ, ਤੇਰੇ ਜੀਵਨ ਦਾ ਮਨੋਰਥ, ਤੇਰੇ ਆਉਣ ਦਾ ਜਗਤ ਵਿੱਚ ਅਸਲ ਵਿੱਚ ਕਾਰਨ ਹੀ ਇਹ ਮਾਲਕ ਦੀ ਸਿਫਤ ਸਲਾਹ ਨੂੰ ਸੁਣਨਾ ਤੇ ਪੜ੍ਹਨਾ। ਭਾਵ ਉਹਦੀ ਸਿਫਤ ਸਲਾਹ ਨਾਲ ਆਪਣੇ ਆਪ ਨੂੰ ਜੋੜਨਾ। ਸੁਣ ਕੇ ਜੁੜ ਜਾ, ਭਾਵੇਂ ਪੜ੍ਹ ਕੇ ਜੁੜ ਜਾ, ਪਰ ਜੁੜਨਾ ਆਪਣੇ ਮਾਲਕ ਨਾਲ। ਦੂਜੀ ਗੱਲ ਵਿੱਚ ਸੁਚੇਤ ਕੀਤਾ, ਕਹਿੰਦੇ ਜੇ ਅਨੇਕਾਂ ਦਾਤਾਂ ਪ੍ਰਾਪਤ ਕਰਨ ਦੇ ਚੱਕਰ ਵਿੱਚ ਦਾਤੇ ਨੂੰ ਹੀ ਵਿਸਾਰ ਬੈਠਿਆ, ਫਿਰ ਚੇਤੇ ਰੱਖੀ ਨਾਮ ਵਿਸਾਰ ਲੱਗੈ ਅਨ ਲਾਲਚ। ਬਿਰਥਾ ਜਨਮ ਪ੍ਰਾਣੀ, ਹੈ ਪ੍ਰਾਣੀ ਨਾਮ ਨੂੰ ਵਿਸਾਰ ਕੇ ਭਾਵੇਂ ਤੂੰ ਲਾਲਚ ਬਸ ਹੋ ਕੇ ਅਨੇਕਾਂ ਦਾਤਾਂ ਦਾ ਮਾਲਕ ਬਣ ਜਾਵੇਂ, ਪਰ ਤੇਰਾ ਜਨਮ ਬਿਰਥਾ ਹੀ ਹੈ। ਤੇਰਾ ਜਨਮ ਬਿਰਥਾ ਹੀ ਹੈ, ਸਫਲਤਾ ਨਹੀਂ ਇਸ ਸਰੀਰ ਦੀ। ਰਹਾਉ ਦੇ ਬੰਦ ਵਿੱਚ ਕਿਰਪਾ ਕੀਤੀ। ਪਹਿਲੇ ਪਦੇ ਵਿੱਚ ਪਾਤਸ਼ਾਹ ਜੀ ਕਹਿੰਦੇ ਸਮਝ ਅਚੇਤ ਚੇਤ ਮਨ ਮੇਰੇ, ਕਥੀ ਸੰਤਨ ਕਥ ਕਹਾਣੀ।
हे मेरे अचेत मन समझ प्राप्त कर, चेते कर। जो रब दे प्यारियां ने रब दी अकथ कथा प्रगट की है ना, सिफत सलाह दी विचारधारा जो जगत विच आके प्रगट कर दी है, उन्हों अपने जीवन दे विच विचार लाभ लैहो। हर हृदय अराधो छुट कै आवन जानी। कहते लाहा प्राप्त कर, अपने हिरदे दे विच अपने मालक दी सिफत सलाह नूं अराधिया कर। इदां करन दे नाल छुट कै आवन जानी, जन्म मरण दा गेड़ मिटेगा। तू बहरूपीआ नहीं बनेगा, एक रूप परमेश्वर दा हो जावेगा। अखीरले पदे विच पातशाह जी कहंदे उद्दम सकत सियाणप तुमरी, देह ता नाम वखाणी। मेरे मालक जी, ये उद्दम, ये शरीर विच शक्ति, ये जीवन विच सियाणप, ये तेरी ही दिती हुई है, तेरी ही दात है। हुण ख्याल करियो, हुण जदों रब दे नाम विच अपने आप नूं जोड़िया, उदों फिर गल की कहंदा, रब जी मेरे कोल जिन्ना उद्दम है, मेरे कोल जिन्नी ताकत है, शक्ति जिन्नी सियाणप है, ये तेरी ही है, मेरी नहीं। हुण उहदी दात नूं लैके दाते दा शुकराना अरदास, देह ता नाम वखाणी। जे तू दमेगा मैं इस ताकत की वरतों करके तेरे नाम नूं अराधांगा। अखेले पंक्ति विच पातशाह जी कहंदे सई भगत, भगत से लागे नानक जो प्रभ भाणी। है भाई ओही भगत ने जिहड़े मालक दी भगती विच लग गए ने, ते ओही लगे ने मालक दी भगती विच। हे नानक जो प्रभ भाणी, जो मालक नूं भाउंदे ने, जो मालक नूं चंगे लगदे ने, जो मालक नूं पसंद आ जांदे ने ना भाई, वो भगत ही रब दी भगती विच लगदे ने। हुण सवाल ये खड़ा हो गया, रब नूं किहड़े चंगे लगदे ने, रब नूं किहड़े प्यारे लगदे ने? ते इस गल दा प्रमाण भाई गुरदास जी ने इउं दे दिता। कहंदे रब नूं पता कौन चंगे लगदे ने। भाई गुरदास जी कहंदे खसमै सोई भामदा, खसमै दा भाणा जिस भावै। लो इक्को पंक्ति विच जवाब है। कहंदे खसम नूं, मालक नूं, परमेश्वर नूं ओही बंदा चंगा लगदा है जिस बंदे नूं रब दा भाणा चंगा लगदा। जिस बंदे नूं रब दा भाणा प्यारा लगदा है ना, हुक्म प्रवान है जिन्हों, वो रब नूं प्रवान। हुण इत्थे किसी जात की गल नहीं लिखी, इत्थे किसी धर्म की गल नहीं लिखी, इत्थे किसी भेख पहरावे की गल नहीं लिखी। इत्थे सीधा इक्को गल लिखी, जो मालक नूं भाउंदे ने वो मालक दे भगत, मालक की भगती करदे ने। ते भाउंदा कौन है? जिहड़ा मालक दे हुक्म नूं प्रवान करदा है। वो कोई भी हो सकदा, वो कोई भी हो सकदा। इसे करके कई बारी ये साखी साझी कीती सी कि बीरा मलार नाम दा मुसलमान अपने धर्म दे विच पक्का है, इस्लाम धर्म दा ये बंदा जदों ये अपने धर्म की विचारधारा पढ़दा, अल्लाह नूं चेते करदा, इहदे धर्म दा आगू इक्को गल कहिंदा भी असल विच अल्लाह दे घर विच मुसलमान ही प्रवान, बाकी धर्मां दे लोक नरकां विच जाणगे। बीरा मलार इन्नी गल सुन के शंका खड़ा कर लैंदा भी जे रब दे घर विच मुसलमान ही प्रवान है, फिर बाकी धर्मां दे लोकां नूं रब पैदा क्यों करदा? ना पैदा करे, रब ते बड़ी वड्डी गलती कर रहा। शंका पैदा होया। जिन्ना धर्म की दुनिया विच अगे तुरदा उन्ना पिछां गुरु नानक साहब महाराज इहदे घर विच पहुंचे ने, बड़ी भावना नाल सेवा कीती। सवाल अगे रख दिता, गुरु नानक साहब महाराज रब दे घर विच कौन प्रवान है? मुसलमान या हिंदू? जिवें कई बारी सवाल रखे ना कि हिंदू वड्डा कि मुसलमान होई, कौन वड्डा, कौन महान?
ਹਿੰਦੂ ਮਹਾਨ ਜਾਂ ਮੁਸਲਮਾਨ ਮਹਾਨ? ਪੁੱਛਣ ਗੱਲ ਈਮਾਨ ਦੀ, ਕਾਜੀ ਮੁੱਲਾਂ ਇਕੱਠੇ ਹੋਈ, ਵੱਡਾ ਸੰਗ ਵਰਤਾਇਆ, ਲੱਖ ਨਾ ਸਕੇ ਕੁਦਰਤ ਕੋਈ। ਪੁੱਛਣ ਗੱਲ ਈਮਾਨ ਦੀ, ਆਪਣੇ ਜੀਵਨ ਦੇ ਵਿੱਚ ਪੁੱਛਦੇ ਪਏ ਨੇ, ਵੱਡਾ ਹਿੰਦੂ ਕਿ ਮੁਸਲਮਾਨ ਹੋਈ। ਹੁਣ ਇਦਾਂ ਸਵਾਲ ਖੜਾ ਕਰ ਦਿੱਤਾ, ਦੱਸੋ ਜੀ ਕਿਹੜੇ ਲੋਕ ਰੱਬ ਦੇ ਘਰ ਵਿੱਚ ਪ੍ਰਵਾਨ? ਮੇਰੇ ਪਾਤਸ਼ਾਹ ਜੀ ਨੇ ਕਿੱਡਾ ਸੌਖਾ ਤਰੀਕਾ ਸਮਝਾਇਆ। ਉਹਦੇ ਘਰ ਦੇ ਵਿੱਚ ਹੀ ਨਜ਼ਰ ਮਾਰ ਕੇ ਬੱਚੇ ਖੇਡਦੇ ਪਏ ਨੇ। ਪਾਤਸ਼ਾਹ ਜੀ ਕਹਿੰਦੇ ਵੀਰਾ ਮਲਾਰ, ਆਹ ਜਿੰਨੇ ਬੱਚੇ ਖੇਡਦੇ ਨੇ ਤੇਰੇ ਨੇ? ਕਹਿੰਦਾ ਜੀ ਬਿਲਕੁਲ, ਇਹ ਸਾਰੇ ਬੱਚੇ ਮੇਰੇ ਨੇ। ਇਹਨਾਂ ਦੇ ਨਾਮ ਅਲੱਗ-ਅਲੱਗ ਨੇ? ਕਹਿੰਦਾ ਜੀ ਬਿਲਕੁਲ, ਨਾਮ ਅਲੱਗ-ਅਲੱਗ, ਉਮਰ ਵੀ ਅਲੱਗ, ਕੱਦ ਕਾਠ ਉਹ ਵੀ ਅਲੱਗ, ਰੰਗ ਰੂਪ ਉਹ ਵੀ ਅਲੱਗ, ਬੋਲਣ ਦਾ ਤਰੀਕਾ ਉਹ ਵੀ ਅਲੱਗ, ਸਾਰਾ ਕੁਝ ਅਲੱਗ ਨਾ? ਕਹਿੰਦਾ ਜੀ ਵਾਕਈ ਇਹ ਸਾਰੇ ਪੁੱਤ ਤੇਰੇ ਨੇ। ਵੀਰਾ ਮਲਾਰ, ਇਹ ਦੱਸ ਸਭ ਤੋਂ ਵੱਧ ਪਿਆਰ ਕਿਹਨੂੰ ਕਰਦਾ ਹੈ? ਵੀਰਾ ਮਲਾਰ ਕਹਿੰਦਾ ਸੱਚੇ ਪਾਤਸ਼ਾਹ ਮੈਂ ਤੇ ਸਾਰੇ ਬੱਚਿਆਂ ਨੂੰ ਪਿਆਰ ਕਰਦਾ, ਸਾਰੇ ਬੱਚੇ ਮੇਰੇ ਨੇ। ਪਾਤਸ਼ਾਹ ਜੀ ਕਹਿੰਦੇ ਨਹੀਂ, ਸੋਚ ਕੇ ਦੱਸ ਸਭ ਤੋਂ ਵੱਧ ਪਿਆਰ ਕਿਹਨੂੰ ਕਰੇਗਾ? ਕਿਹੜਾ ਬੱਚਾ ਤੈਨੂੰ ਚੰਗਾ ਲੱਗੇਗਾ? ਹੁਣ ਵੀਰਾ ਮਲਾਰ ਨੇ ਗੱਲ ਕਹੀ, ਕਹਿੰਦੇ ਸੱਚੇ ਪਾਤਸ਼ਾਹ ਸਾਰੇ ਬੱਚੇ ਮੇਰੇ ਨੇ, ਪਿਆਰ ਤੇ ਮੈਂ ਸਾਰਿਆਂ ਨੂੰ ਹੀ ਕਰਦਾ, ਪਰ ਮੈਨੂੰ ਉਹੀ ਬੱਚਾ ਪ੍ਰਵਾਨ ਹੋਵੇਗਾ ਜਿਹੜਾ ਮੇਰੀ ਗੱਲ ਮੰਨ ਕੇ ਮੇਰੇ ਕਹਿਣੇ ਵਿੱਚ ਚਲੇਗਾ। ਪਾਤਸ਼ਾਹ ਜੀ ਕਹਿੰਦੇ ਬਸ ਇੰਨੀ ਕੁ ਗੱਲ ਹੈ। ਅੱਜ ਧਰਤੀ ਦੇ ਉੱਪਰ ਵੱਖ-ਵੱਖ ਧਰਮਾਂ ਦੇ, ਵੱਖ-ਵੱਖ ਰੰਗਾਂ ਰੂਪਾਂ ਦੇ, ਵੱਖ-ਵੱਖ ਭੇਖਾਂ ਦੇ, ਵੱਖ-ਵੱਖ ਉਮਰਾਂ ਦੇ ਲੋਕ ਅਨੇਕਾਂ ਨੇ, ਪਰ ਰੱਬ ਦੇ ਘਰ ਵਿੱਚ ਉਹੀ ਪ੍ਰਵਾਨ ਨੇ ਜਿਹੜੇ ਰੱਬ ਦੇ ਹੁਕਮ ਵਿੱਚ ਆਪਣੇ ਆਪ ਨੂੰ ਤੋਰਦੇ ਨੇ। ਰੱਬ ਨੂੰ ਕੌਣ ਚੰਗੇ ਲੱਗਦੇ ਨੇ? ਪਾਤਸ਼ਾਹ ਜੀ ਕਹਿੰਦੇ ਜਿਹੜੇ ਆਪਣੇ ਮਾਲਕ ਦੇ ਹੁਕਮ ਵਿੱਚ ਚੱਲਣਗੇ। ਇੱਥੇ ਗੱਲ ਸਹੀ ਭਗਤ ਸੇ ਲਾਗੇ ਨਾਨਕ ਜੋ ਪ੍ਰਭਾਣੀ, ਉਹੀ ਅਸਲ ਵਿੱਚ ਭਗਤ ਨੇ ਜਿਹੜੇ ਮਾਲਕ ਦੀ ਭਗਤੀ ਵਿੱਚ ਲੱਗਦੇ ਨੇ। ਮਾਲਕ ਦੀ ਭਗਤੀ ਵਿੱਚ ਉਹੀ ਲੱਗਦੇ ਨੇ ਜਿਹੜੇ ਮਾਲਕ ਨੂੰ ਭਾਉਂਦੇ ਨੇ, ਮਾਲਕ ਨੂੰ ਉਹੀ ਭਾਉਂਦੇ ਨੇ ਜਿਹੜੇ ਮਾਲਕ ਦੇ ਹੁਕਮ ਵਿੱਚ ਆਪਣੇ ਆਪ ਨੂੰ ਤੋਰਦੇ ਨੇ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਗੁਰੂ ਕਿਰਪਾ ਕਰਨ, ਸਤਿਗੁਰੂ ਜੀ ਦੇ ਇਹਨਾਂ ਪਾਵਨ ਬਚਨਾਂ ਨੂੰ ਸੁਣ ਕੇ ਜੋ ਗੁਰ ਕਹੈ ਸੋਈ ਭਲ ਮਾਨੋ। ਹਰ ਹਰ ਕਥਾ ਨਿਰਾਲੀ, ਗੁਰ ਸਿੱਖ ਮੀਤ। ਚਲੋ ਗੁਰ ਚਾਲੀ, ਗੁਰੂ ਦੇ ਕਹਿਣੇ ਅਨੁਸਾਰ ਚੱਲਾਂਗੇ, ਫਿਰ ਜੀਵਨ ਅੰਦਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ।